ਸਤਨਾਮ ਵਾਹਿਗੁਰੂ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ। ਆਪਨ ਨਿਕਟ ਬੁਲਾਵੋ। ਆਪਣੀ ਬਿਦ ਆਪ ਜਨਾਵੋ। ਹਰ ਜਨ ਮੰਗਲ ਗਾਵੋ। ਬਿਸਰ ਨਾਹੀ ਕਬਹੂ ਹੀ ਏਤੇ। ਇਹ ਬਿਦ ਮਨ ਮਹਿ ਪਾਵੋ। ਗੁਰ ਪੂਰਾ ਭੇਟਿਓ ਵਡ ਭਾਗੀ। ਜਨ ਨਾਨਕ ਕਤਹਿ ਨਾ ਥਾਵੋ। ਡੰਡੋਤ ਬੰਧਨ ਅਨਿਕ ਵਾਰ। ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਸਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਹਰ ਹਰ ਬੂੰਦ ਭਏ ਹਰ ਸੁਆਮੀ। ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ। ਮੁਖ ਦੇਵੋ ਹਰ ਨਿਮ ਖਾਤੀ। ਹਰ ਹਰ ਬੂੰਦ ਭਏ ਹਰ ਸੁਆਮੀ। ਹਮ ਚਾਤ੍ਰਿਕ ਬਿਲਲ ਬਿਲਲਾਤੀ। ਹਰ ਹਰ ਕਿਰਪਾ ਕਰਹੁ ਪ੍ਰਭ ਆਪਣੀ। ਮੁਖ ਦੇਵੋ ਹਰ ਨਿਮ ਖਾਤੀ। ਹਰ ਬਿਨਾ ਰਹਿ ਨ ਸਕੋ ਇਕ ਰਾਤੀ। ਜਿਉ ਬਿਨ ਅਮਲ ਅਮਲੀ ਮਰ ਜਾਈ ਹੈ। ਤਿਉ ਹਰ ਬਿਨਾ ਹਮ ਮਰ ਜਾਤੀ। ਰਹਾਉ ਤੁਮ ਹਰ ਸਰਵਰ ਅਤ ਅਗਾਹ।
हम लह न सकह अंत माती। तू परा परा अपरंपर स्वामी। मित जानो आपन गाती। हर के संत जना हर जपियो। गुर रंग चलूला राती। हर हर भगत बणी अत शोभा। हर जपियो ऊतम पाती। आपे ठाकुर आपे सेवक। आप बनावै भाती। नानक जन तुमरी शरणाई। हर राखो लाज पगाती। आपे ठाकुर आपे सेवक। आप बनावै भाती। नानक जन तुमरी शरणाई। हर राखो लाज पगाती। वाहिगुरु जी का खालसा वाहिगुरु जी की फतेह। परम सम्मान योग सतगुरु साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर शोभायमान गुरु सवारे सतसंगी जनों, सतगुरु गुरु रामदास महाराज जी ने कृपा की थी। हजूर दी अपनी मुबारक रसना तो उच्चारण किया होया जो शब्द है राग तनासरी अंदर, ये अज सतगुरां ने अमृत वेले असानू पूरी मानवता नू हुक्म रूप बख्शिश किया है। बीते परसों भी सतगुरां ने यही हुक्म सानू बख्शिश किया। अज फिर सतगुरु जी उस बिरहा दी अवस्था नू, प्रभु मिलन दी तड़प नू, धुर अंतर उठी हुई प्यास नू, जो बेबलता दा शिखर है उस विच फिर पार ब्रह्म दे सन्मुख सतगुरु जी बिरही अवस्था विच अरदास बेनती जोदड़ी करते हैं। दूसरा शुकराने वजों इसे शब्द विच मालक जी तुहाडा अज तक कोई अंत नहीं पा सकिया। जितना कोई लभण दा खोजन दा यतन करदा है उस दी रसना तो सिर्फ बेअंत 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 शब्द ही निकलदा है। तीसरा गुरु जी दी बख्शिश नाल जेड़े अंदरूनी चोले नाम रंग विच रंगे गए ने उन्हां दी शोभा अति उत्तम है। और वह गुरु जी असी आप जी दी शरण विच आए हाँ। आप जी अपनी भगती करन वालियां दी इज्जत पर्दा रख देखो। ये सतगुरु गुरु रामदास महाराज जी ने जी बख्शिश की साडे ते। आओ
ਇਸ ਅੰਮ੍ਰਿਤ ਬਚਨ ਨੂੰ ਅੱਜ ਫਿਰ ਆਪਾਂ ਵਿਚਾਰ ਸਕੀਏ। ਆਪ ਜਿਤਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਇੱਥੇ ਉਪਸਥਿਤ ਹੋ ਜਾਂ ਆਪਣੇ ਘਰਾਂ 'ਚ ਬੈਠੇ, ਜਿਸ ਜਗ੍ਹਾ ਤੇ ਵੀ ਆਪ ਜੀ ਹਰਿਮੰਦਰ ਸਾਹਿਬ ਤੋਂ ਕੀਰਤਨ ਕਥਾ ਵਿਚਾਰ ਸਰਵਣ ਕਰ ਰਹੇ ਹੋ, ਸਾਧ ਸੰਗਤ ਆਸੀਸ ਬਖਸ਼ੋ। ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਚੌਥਾ। ਰਾਗ ਤਨਾਸਰੀ ਹੈ ਔਰ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ। ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ। ਹਰ ਹਰ ਬੂੰਦ ਭਏ ਹਰ ਸੁਆਮੀ। ਹਜ਼ੂਰ ਇਸ ਸ਼ਬਦ ਦੇ ਆਰੰਭਕ ਬਚਨ ਵਿੱਚ ਆਰੰਭ ਵਾਲੀਆਂ ਤੁਕਾਂ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਹਰੀ ਪਰਮਾਤਮਾ ਵਾਹਿਗੁਰੂ ਜੀ ਇਸ ਤਰ੍ਹਾਂ ਨੇ ਜਿਵੇਂ ਇੱਕ ਬੂੰਦ ਹੈ, ਜਿਵੇਂ ਇੱਕ ਚਾਤਰਕ ਨੂੰ ਬੂੰਦ ਦੀ ਲੋੜ ਹੈ, ਸਾਡੇ ਵਾਸਤੇ ਪਾਰ ਬ੍ਰਹਮ ਪਰਮੇਸ਼ਵਰ ਸੁਆਮੀ ਜੀ ਹਰੀ ਜੀ ਵਾਹਿਗੁਰੂ ਜੀ ਇੱਕ ਬੂੰਦ ਦੀ ਤਰ੍ਹਾਂ ਹਨ। ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਹਮ ਦਾ ਅਰਥ ਹੈ ਅਸੀਂ, ਮੈਂ ਅਰਥ ਵੀ ਕੀਤੇ ਨੇ। ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਪਾਰ ਬ੍ਰਹਮ ਪਰਮੇਸ਼ਵਰ ਜੀ ਬੂੰਦ ਦੀ ਤਰ੍ਹਾਂ ਸਵਾਂਤੀ ਬੂੰਦ ਦੀ ਤਰ੍ਹਾਂ ਨੇ ਤੇ ਅਸੀਂ ਚਾਤ੍ਰਿਕ ਦੀ ਤਰ੍ਹਾਂ ਵਿਰਲਾਪ ਕਰ ਰਹੇ ਹਾਂ, ਵਿਲਕ ਰਹੇ ਹਾਂ ਉਸ ਬੂੰਦ ਦੀ ਪ੍ਰਾਪਤੀ ਵਾਸਤੇ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹਰੀ ਪ੍ਰਭੂ ਜੀ ਆਪ ਜੀ ਆਪਣੀ ਕਿਰਪਾ ਕਰੋ, ਆਪ ਜੀ ਆਪਣੀ ਨਜ਼ਰ ਬਖਸ਼ਿਸ਼ ਕਰੋ ਜੀ। ਮੁਖ ਦੇਵੋ ਹਰ ਨਿਮ ਖਾਤੀ। ਮੁਖ ਦੇਵੋ ਹਰ ਨਿਮ ਖਾਤੀ। ਉਸ ਦਿਨ ਵੀ ਪਰਸੋਂ ਵੀ ਅਰਜ਼ ਕੀਤੀ ਸੀ ਕਿ ਹਜ਼ੂਰ ਸੱਚੇ ਪਾਤਸ਼ਾਹ ਸ਼ਬਦ ਤਾਂ ਨਿਮਖ ਹੈ ਨਾ। ਇਸ ਸ਼ਬਦ ਵਿੱਚ ਸਤਿਗੁਰਾਂ ਨੇ ਛੰਦਾਬੰਦੀ ਜਾਂ ਕਾਵ ਰੂਪ ਇਸ ਤਰ੍ਹਾਂ ਉਚਾਰਨ ਕੀਤਾ। ਇੱਥੇ ਨਿਮਖਾਤੀ ਦਾ ਲਫ਼ਜ਼ੀ ਅਰਥ ਆਪਾਂ ਨਿਮਖ ਮਾਤਰ ਹੀ ਕਰਾਂਗੇ। ਨਿਮਖ ਦਾ ਅਰਥ ਆਪਾਂ ਕਰਨੇ ਆ ਜੀ ਅੱਖ ਝਮਕਣ ਜਿਤਨਾ ਸਮਾਂ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਸਵਾਂਤੀ ਬੂੰਦ ਦੀ ਤਰ੍ਹਾਂ ਕੋ ਅਸੀਂ ਚਾਤ੍ਰਿਕ ਦੀ ਤਰ੍ਹਾਂ ਵਿਰਲਾਪ ਕਰ ਰਹੇ ਹਾਂ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਆਪ ਜੀ ਕਿਰਪਾ ਕਰੋ, ਸਾਡੇ ਇਸ ਮੁਖ ਵਿੱਚ, ਸਾਡੇ ਮੁਖ ਅੰਦਰ ਇੱਕ ਨਿਮਖ ਮਾਤਰ ਆਪਣੇ ਨਾਮ ਦੀ ਦਾਤ ਦੇ ਦੇਵੋ। ਇਹਦਾ ਸਿੱਧਾ ਭਾਵ ਅਰਥ ਅਸੀਂ ਇਹ ਕਰਾਂਗੇ ਕਿ ਪਰਮੇਸ਼ਵਰ ਜੀ ਨੂੰ ਨਾਮ ਨੂੰ ਬੂੰਦ ਨਾਲ ਤਸ਼ਬੀਹ ਦਿੱਤੀ ਤੇ ਅੰਦਰ ਦੀ ਤੜਫ, ਅੰਦਰ ਦੀ ਜਿਹੜੀ ਜਗਿਆਸਾ ਹੈ ਉਹਦਾ ਚਾਤ੍ਰਿਕ ਦਾ ਹਵਾਲਾ ਦੇ ਦਿੱਤਾ। ਤੇ ਉਸ ਦਿਨ ਵੀ ਅਰਜ਼ ਕੀਤੀ ਸੀ ਜਿਵੇਂ ਸਵਾਂਤੀ ਬੂੰਦ, ਨਕਸ਼ਤਰੀ ਬੂੰਦ ਚਾਤ੍ਰਿਕ ਦੇ ਮੂੰਹ ਵਿੱਚ ਪੈ ਜਾਏ, ਉਹ ਵਿਲਕਦਾ ਹੋਇਆ, ਉਹ ਕੁਰਲਾਉਂਦਾ ਹੋਇਆ, ਉਹ ਪੀਓ ਪੀਓ ਰੱਟਦਾ ਹੋਇਆ ਸੱਚਮੁੱਚ ਇੱਕੋ ਦਮ ਸ਼ਾਂਤ ਹੋ ਜਾਂਦਾ ਹੈ। ਤੇ ਮਹਾਰਾਜ ਕਹਿੰਦੇ ਨੇ ਪ੍ਰਭੂ ਜੀ ਸਾਡੇ ਅੰਦਰ ਦਾ ਵਿਰਲਾਪ ਵੀ ਤਾਂ ਸ਼ਾਂਤ ਹੋਵੇਗਾ ਜੇ ਆਪ ਜੀ ਕਿਰਪਾ ਕਰਕੇ ਆਪਣੇ ਨਾਮ ਦੀ ਇੱਕ ਬੂੰਦ, ਇੱਕ ਨਿਮਖ ਮਾਤਰ ਸਾਡੇ ਮੁਖ ਵਿੱਚ ਦੇ ਦਿੱਤੋ। ਅੱਗੇ ਫਿਰ ਸਤਿਗੁਰੂ ਇਸ ਬੇਪਲਤਾ ਨੂੰ ਹੋਰ ਬਿਆਨ ਕਰਦੇ ਹਨ। ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ। ਹਜ਼ੂਰ ਬਖਸ਼ਿਸ਼ ਕਰਦੇ ਨੇ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਲਫ਼ਜ਼ੀ ਅਰਥ ਸਰਲ ਨੇ ਜੀ। ਖਰੀ ਪ੍ਰਭੂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਤੇ ਸ਼ਬਦ ਸਤਿਗੁਰਾਂ ਨੇ ਵਰਤਿਆ ਇੱਕ ਰਾਤੀ। ਮੈਂ ਇਸ ਦਿਨ ਵੀ ਕਿਹਾ ਸੀ ਰਾਤੀ ਦੇ ਲਫ਼ਜ਼ੀ ਅਰਥ ਕੁਝ ਗੁਰਮੁਖਾਂ ਨੇ ਰਾਤਰੀ ਰਾਤ ਵੀ ਕੀਤੇ ਆ, ਪਰ ਜਦੋਂ ਅਸੀਂ ਇਸ ਦੀ ਤੋਲ ਦੇਖਦੇ ਹਾਂ ਨਿਮਖਾਤੀ ਤੇ ਮਹਾਰਾਜ ਇੱਥੇ ਸ਼ਬਦ ਵਰਤਦੇ ਨੇ ਰਾਤੀ,
ਇਹਦਾ ਅਰਥ ਇਉਂ ਕਰ ਲਈਏ ਕਿ हे ਪਾਰ ਬ੍ਰਹਮ ਪਰਮੇਸ਼ਵਰ ਜੀ, ਅਸੀਂ ਆਪ ਜੀ ਤੋਂ ਬਿਨਾਂ ਰਤੀ ਮਾਤਰ ਵੀ ਰਹਿ ਨਹੀਂ ਸਕਦੇ। ਇਹਦਾ ਮਤਲਬ ਕਿ ਥੋੜ੍ਹੇ ਤੋਂ ਥੋੜ੍ਹਾ ਸਮਾਂ ਵੀ ਤੁਹਾਡਾ ਜਿਹੜਾ ਵਿਛੋੜਾ ਹੈ ਸਾਡੇ ਲਈ ਉਹ ਅਸਹਿ ਹੈ। ਅਸੀਂ ਪ੍ਰਭੂ ਜੀ ਨਿਮਖ ਮਾਤਰ ਵੀ ਰਤੀ ਜਿੰਨਾ ਸਮਾਂ ਵੀ ਆਪ ਜੀ ਤੋਂ ਬਿਨਾਂ ਨਹੀਂ ਜੀ ਸਕਦੇ। ਜਿਉ ਬਿਨ ਅਮਲਾ ਅਮਲੀ ਮਰ ਜਾਈ ਹੈ। ਹੁਣ ਸਾਡੀ ਅਵਸਥਾ ਕੀ ਬਣ ਗਈ ਹੈ? ਜੇ ਕੋਈ ਇਹ ਕਹੇ ਜੀ ਤੁਸੀਂ ਨਾਮ ਤੋਂ ਬਿਨਾਂ ਜਿੰਦੇ ਰਹਿ ਜਾਓ, ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਕਿ ਜਿਵੇਂ ਇੱਕ ਨਸ਼ਾ ਕਰਨ ਵਾਲਾ ਅੰਮਲ ਖਾਣ ਵਾਲਾ ਅਮਲੀ ਹੈ, ਉਸ ਨੂੰ ਗੁਰਮੁਖੋ ਅਮਲ ਨਾ ਮਿਲੇ ਕਿਉਂਕਿ ਜਿਹੜੀ ਉਹਦੀ ਆਦਤ ਪੱਕ ਚੁੱਕੀ ਹੈ, ਜਿਹੜਾ ਉਹਦਾ ਸੁਭਾਅ ਬਣ ਚੁੱਕਾ ਹੈ, ਅਮਲੀ ਨੂੰ ਅਮਲ ਨਾ ਮਿਲੇ ਤੇ ਉਹ ਤੜਫ ਉੱਠਦਾ ਹੈ, ਬੇਬਲ ਹੋ ਉੱਠਦਾ ਹੈ। हे ਪਾਰ ਬ੍ਰਹਮ ਪਰਮੇਸ਼ਵਰ ਜੀ, ਸਾਡੀ ਵੀ ਅਵਸਥਾ ਇਸੇ ਤਰ੍ਹਾਂ ਅੰਦਰੋਂ ਬਣ ਗਈ ਹੈ। ਇਹ ਗੁਰੂ ਰਾਮਦਾਸ ਕਹਿ ਰਹੇ ਆ, ਮਹਾਰਾਜ ਫਰਮਾ ਰਹੇ ਨੇ ਜੀ, ਸੱਚੇ ਪਿਤਾ ਜੀ ਕਹਿ ਰਹੇ ਨੇ ਸਾਡੀ ਅਵਸਥਾ ਇਹ ਬਣ ਗਈ ਹੈ ਜਿਵੇਂ ਅਮਲੀ ਅਮਲ ਤੋਂ ਬਿਨਾਂ ਨਹੀਂ ਰਹਿ ਸਕਦਾ। ਤਿਉ ਹਰ ਬਿਨ ਹਮ ਮਰ ਜਾਤੀ। ਇਸੇ ਤਰ੍ਹਾਂ ਖਰੀ ਪ੍ਰਭੂ ਜੀ, ਆਪ ਜੀ ਦੇ ਨਾਮ ਤੋਂ ਬਿਨਾਂ ਅਸੀਂ ਮਰਨੇ ਖਾਂ, ਜਾਂ ਇਉਂ ਕਹਿ ਲਈਏ ਕਿ ਨਾਮ ਤੋਂ ਬਿਨਾਂ ਅਸੀਂ ਮਰ ਜਾਣੇ ਖਾਂ। ਸਾਨੂੰ ਨਾਮ ਦੀ ਦਾਤ ਦਿਓ। ਇਹ ਸਤਿਗੁਰਾਂ ਨੇ ਰਹਾਉ ਦੇ ਬਚਨ ਕਹੇ ਨੇ, ਕਿਉਂਕਿ ਅਸੀਂ ਇਹ ਚਾਰ ਤੁਕਾਂ ਦੇ ਅਰਥ ਕੀਤੇ ਆ। ਫਿਰ ਮੈਂ ਇਸੀ ਦੁਬਾਰਾ ਫਿਰ ਇਸ ਨੂੰ ਵਾਚਾਂਗੇ। ਤੇ ਕਥਾ ਦਾ ਮਤਲਬ ਵੀ ਇਹ ਹੁੰਦਾ ਹੈ ਕਿ ਜਿਹੜਾ ਸ਼ਬਦ ਹਜ਼ੂਰ ਨੇ ਬਖਸ਼ਿਆ ਹੈ ਉਹਦੇ ਅਰਥ ਸੰਗਤ ਨਾਲ ਔਰ ਆਪਣੇ ਅੰਦਰ ਨਾਲ ਵੀ ਸਾਂਝੇ ਕੀਤੇ ਜਾਣ। ਗੁਰਮੁਖੋ, ਇਸ ਵਿੱਚ ਪ੍ਰਭੂ ਦੇ ਨਾਮ ਦੀ ਤੜਪ ਹੈ। ਇੱਕ ਅਰਜ਼ ਮੈਂ ਕਰ ਦਿਆਂ ਕਿ ਅਸੀਂ ਸਤਿਗੁਰਾਂ ਦੇ ਘਰ ਵਿੱਚ ਆਉਂਦੇ ਹਾਂ। ਸਾਡੇ ਬਾਹਰਮੁਖੀ ਸਰੀਰ ਦੀ ਮੁਦਰਾ ਇੱਕੋ ਜਿਹੀ ਹੋ ਸਕਦੀ ਹੈ। ਸਾਡੇ ਸਰੀਰ ਦਾ ਚੱਲਣ ਦਾ ਤਰੀਕਾ, ਹੱਥ ਜੋੜਨ ਦਾ ਤਰੀਕਾ, ਮੱਥਾ ਟੇਕਣ ਦਾ ਤਰੀਕਾ, ਪਰਿਕਰਮਾ ਕਰਨ ਦਾ ਤਰੀਕਾ, ਇੱਥੋਂ ਤੱਕ ਕਿ ਸ਼ਬਦ ਦੇ ਉਚਾਰਨ ਦਾ ਇਕਸਾਰਤਾ ਵੀ ਹੋ ਸਕਦੀ ਹੈ। ਅਸੀਂ ਸਰੀਰਕ ਤੌਰ ਤੇ ਇੱਕੋ ਜਿਹਾ ਮੱਥਾ ਟੇਕਨੇ ਆ, ਇੱਕੋ ਜਿਹਾ ਹੱਥ ਜੋੜਨੇ ਆ, ਇੱਕ ਜੈਸੀ ਪਰਿਕਰਮਾ ਕਰਨੇ ਆ। ਸ਼ਬਦ ਜਦੋਂ ਅਸੀਂ ਬੋਲਨੇ ਆ ਉਹ ਸ਼ਬਦ ਦਾ ਉਚਾਰਨ ਵੀ ਇੱਕ ਜੈਸਾ ਕਰਨੇ ਆ। ਪਰ ਗੁਰਮੁਖੋ, ਸੁਰਤ ਕਰਕੇ ਅੰਦਰੂਨੀ ਤੌਰ ਤੇ ਬਹੁਤ ਇਕਸਾਰਤਾ ਘੱਟ ਮਿਲਦੀ ਹੈ। ਅੰਦਰੂਨੀ ਤੌਰ ਤੇ ਸੁਰਤ ਕਰਕੇ ਹਰ ਬੰਦਾ ਜਿਹੜਾ ਉਹ ਆਪਣੀ ਵੱਖਰੀ ਵੱਖਰੀ ਵੇਦਨਾ ਲੈ ਕੇ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦਾ ਹੈ। ਇਸ ਨੂੰ ਥੋੜਾ ਜਿਹਾ ਬੇਨਤੀ ਨੂੰ ਸੁਣਿਓ ਕਿ ਸਭ ਤੋਂ ਵੱਡੀ ਜਿਹੜੀ ਦਾਤ ਹੈ ਉਹ ਸੱਚ ਇਹ ਵੇ ਪਰਮੇਸ਼ਵਰ ਦੇ ਮਿਲਣ ਦੀ ਤੜ ਪੈਦਾ ਹੋ ਜਾਣੀ, ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਣੀ। ਕਿਉਂਕਿ ਸੰਸਾਰੀ ਤੌਰ ਤੇ ਅਸੀਂ ਗੁਰੂ ਜੀ ਕੋਲ ਆਉਂਦੇ ਹਾਂ, ਆਪਣੇ ਅੰਦਰ ਦੀ ਬਿਰਥਾ, ਆਪਣੀ ਵੇਦਨਾ ਕਹੋ, ਮੰਗ ਕਹੋ, ਅਰਦਾਸ ਕਹੋ, ਅਸੀਂ ਸਤਿਗੁਰਾਂ ਦੇ ਸਨਮੁਖ ਖੜੇ ਹੋ ਕੇ ਉਹ ਬੇਨਤੀਆਂ ਕਰਨੇ। ਹਾਂ, ਉਹ ਵੀ ਦਾਤਾਂ ਮਿਲਦੀਆਂ ਨੇ, ਕੋਈ ਸ਼ੱਕ ਨਹੀਂ ਕਿ ਗੁਰੂ ਸਮਰੱਥ ਨੇ, ਉਹਨਾਂ ਦੇ ਘਰ ਵਿੱਚ ਸਭ ਕੁਝ ਹੈ। ਇਹ ਜੇ ਕਹੀਏ ਜੀ ਪਰਮੇਸ਼ਵਰ ਦੇ ਘਰ 'ਚ ਇਹ ਚੀਜ਼ ਨਹੀਂ, ਮਹਾਰਾਜ ਜੀ ਨੇ ਸ਼ਬਦ ਵਰਤਿਆ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਕਿ ਸੱਚੇ ਵਾਹਿਗੁਰੂ ਮਾਲਕ ਜੀ, ਆਪ ਜੀ ਦੇ ਘਰ ਵਿੱਚ ਸਭ ਕੁਝ ਹੈ। ਕਿਹੜੀ ਚੀਜ਼ ਹੈ, ਕਿਹੜੀ ਵਸਤੂ ਹੈ ਜਿਹੜੀ ਆਪ ਜੀ ਦੇ ਘਰ 'ਚ ਨਹੀਂ? ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਮੇਰੀ ਬੇਨਤੀ ਹੈ, ਹਰ ਚੀਜ਼ ਉਹਨਾਂ ਦੇ ਘਰ 'ਚ ਹੈ। ਅੱਜ ਇੱਕ ਬਚਨ ਆਪ ਨਾਲ ਪਹਿਲਾਂ ਇਹ ਸਾਂਝਾ ਕਰਨਾ ਚਾਹੁੰਦਾ। ਇੱਕ ਤੜਫ ਹੈ, ਇਹ ਬੇਬਲਤਾ ਹੈ, ਇਹ ਸਭ ਨੂੰ ਨਸੀਬ ਨਹੀਂ ਹੁੰਦੀ। ਉਸ ਦਿਨ ਵੀ ਵਿਚਾਰ ਕਰਦਿਆਂ ਮੈਂ ਅਰਜ਼ ਕੀਤੀ ਸੀ ਕਿ ਦਰਦ ਨੂੰ ਉਹੀ ਜਾਣਦਾ ਜਿਹਨੂੰ ਦਰਦ ਹੋਵੇ। ਅੱਜ ਉਸੇ ਵਿਸ਼ੇ ਨੂੰ ਮੈਂ ਬਾਣੀ 'ਚੋਂ ਇਸ ਢੰਗ ਨਾਲ ਅਰਜ਼ ਕਰਨੀ ਚਾਹੁੰਦਾ ਕਿ ਪਰਮਾਤਮਾ ਨੂੰ ਮਿਲਣ ਦੀ ਤੜਫ ਹਰ ਇੱਕ ਦੇ ਅੰਦਰ ਨਹੀਂ ਪਿਆਰਿਓ। ਖਿਮਾ ਕਰਿਓ, ਧਰਮ ਅਸਥਾਨ 'ਤੇ 'ਚ ਅਸੀਂ ਵੀ ਹਾਂ ਕਿ ਸਾਡਾ ਗੋਲ, ਸਾਡੀ ਮੰਜ਼ਿਲ, ਸਾਡਾ ਅਖੀਰਲਾ ਨਿਸ਼ਾਨਾ ਕੀ ਹੈ? ਪਰਮਾਤਮਾ ਨੂੰ ਮਿਲਣ ਲਈ ਜਾਂ ਸੰਸਾਰ ਕਮਾਉਣ ਵਾਸਤੇ? ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅੰਮ੍ਰਿਤ ਬਾਣੀ ਨੇ
इस संबंधी दो रावां नहीं रखियां, एक गल स्पष्ट कर दी कि इंसान की जिंदगी का अक्सर असल जिहड़ा मकसद है, इहदा गोल है, वो है इस तन नूं प्राप्त करके पार ब्रह्म परमेश्वर दे विच अभेद हो जाना, जां जिउंदे जी इस तन दे विच परमात्मा की प्राप्ति करनी। जिवें असीं ये पाठ रोज़ करने कि भई प्राप्त मानुख दे खुरिया गोबिंद मिलन की, ये तेरी बरिया स्पष्ट कर दिता भी तेरा कादे वास्ते काम है। नाल फिर क्लीयर होर किया, अवर काज तेरा कितै ना काम, मिल साध संगत भज केवल नाम। इसे नूं स्पष्ट करदिआं भगत कबीर साहब जी ने क्या, कहत कबीर सुनो रे संतो, खेती करो नबेरा। तेरी मंजिल ये वे, इस जन्म दे विच इस शरीर दे खुंदियां तू अपनी मंजिल वाल तुरोए। कहत कबीर सुनो रे संतो, खेत ही करो नबेरा, अब की बार बख्श बंदे को बौर ना भवजल फेरा। मैं आप नूं बेनती जिहड़ी कर लगा, पहली गल तां प्यास वास्ते भी अरदास करिए, क्योंकि ये छोटी दात थोड़ा है कि हरी तो बिना एक निमक मात्र नहीं रह सकते, जिवें चातरिक बूंद तो नहीं बिना रह सकता, असी तेरे नाम तो बिना नहीं रह सकते। मैं फिर बेनती करांगा, जबान तो मैं भी अर्थ कर देने ने, शब्द भी पढ़ देना है, पर तुर प्राणा तो प्यास लग जाए, सच्ची मुच्ची उहदे तो बिना ना रह सकीए, ये रब मेहर करे तो तां दात मिलती है, क्योंकि ओदी प्यास भी ओदी किरपा तो बिना नहीं लगती। एक असी बचन लैने आ सतगुरु गुरु अर्जुन देव जी का। सतगुरां दे दरबार विच जिग्यासू आ रहे ने, पहला आके बेनती करदा है कि सच्चे पातशाह जी, ये सारे बाणी दे बचन ने जी, कि महाराज जी मैनू संसार विच जीण लई सुनिया चार पदार्थ बहुत उत्तम ने, मैं चार पदार्थां दी दात मंगण आया, मेरी झोली च दात बता पाओ। तो महाराज अगों उत्तर दिंदे आ, जे धर्म अर्थ काम मोख चार पदार्थ चाहिए ने ना, तू मंगण आया ते कम कर, संगत की सेवा करया कर, बंदगी करन वाले साधु जना गुरमुखां की सेवा कर, ये चार पदार्थ तेनों उत्थों मिल जाणगे। देखो पड़ां दर पड़ां कित्थे महाराज सानूं लैके जांदे, सीधा कह दिता जा भाई संगत दे भांडे मांज, संगत की सेवा कर, गुरु प्यारियां की सेवा कर, चार पदार्थ मिल जाणगे। सच सूझवान समझ गए जिहड़ा मैं शब्द कहना चाहना। तो जे कोई चाहे कि मेरी शोभा होवे, दुनिया विच मेरी जय जयकार होवे, महाराज कहंदे ने जे शोभा चाहना है तो अपनी खौमे खत्म कर दे संगत विच। जिन्ना अपने आप नूं निमरता विच लै जाएगा, उन्ना रब तेनूं उच्ची असीस देगा। जिवें फुआरे दा पानी जिन्ना नीवां जांदा है उन्ना उच्चा उठदा है, जिन्नी निमरता भी जाएगा उन्नी तेरी शोभा होवेगी। तेनूं शोभा चाहिदी है। दूसरा तीसरा हुंदा है, वो कहंदा महाराज जी मेरा दुखां तो छुटकारा किवें होवे, ते महाराज कहंदे आ तुसीं एक काम करो, प्रभु दे गीत गाया कर। चौथा आंदा जन्म मरण तो किवें बचीए, महाराज कहंदे संगत दी शरण विच पै जा। मैं तां बेनती कीती, ये चार तरह दी अंदर दी सुरत दी मंग है। चार पदार्थ जे को मांगै साध जना की सेवा लागै, जे को अपना दुख मिटावै हर हर नाम हृदय सद गावै, जे को अपनी शोभा लोरै साध संग ए खौमै छोरै, जे को जन्म मरण ते डरै साध जना की सरनी परे। फिर दोबारा इस बेनती नूं सुनियो। आरंभ च मैं कहा कि असी मत्था इक्को जिहा टूक रहे हैं, पर अंदर दी मंग तां सब दी आपो अपनी है। हुण इत्थे सतगुरु चारां दा उत्तर इक्को गल च दे रहे आ कि संगत दी सेवा, संगत दी खौमे छड़ दे, गुण गा। फिर बिनती चार पदार्थ जे को मांगै साध जना की सेवा लागै, जे को अपना दुख मिटावै हर हर नाम हृदय सद गावै, मेरे दो कट्टे जान। पर चार पदार्थ मांग रहा, ये नहीं मांग रहा गुरु अर्जुन देव जी तुसी किवें मिल जाओ, परमात्मा किवें मिले। फिर बेनती चार पदार्थ ने, मुक्ति मिल जाए, धर्म मिल जाए, धर्म अर्थ काम मोक्ष। चार पदार्थ जे को मांगै साध जना की सेवा लागै, जे को अपना दुख मिटावै हर हर नाम हृदय सद गावै, जे को अपनी शोभा लोरै साध संग ए खौमै छोरै। दुख तो बचने ते गुण गा,
जे शोभा चाहना ते होमे छड़ दे, क्योंकि आपस को जो जाने नीचा सो गणिए सब ते ऊंचा। महाराज कहते ने साध संग होमे छोड़े, जे को जन्म मरण ते डरे साध जना की सरनी परै। हुण फिर दोबारा कर दिया, चार पदार्थ ने किवें मिलन, दुख किवें मिट जाण, शोभा किवें मिले, जन्म ते मरण तो किवें बाजी। गुरु कहते ने जा सेवा कर सिमरन कर। हुण पंजवां जगियासू आया, महाराज जी कहंदे आ तैनूं पदार्थ चाहिए ने, जन्म मरण तो बचना चाहना है, दुख तो बचना चाहना है, तैनूं वडियाई शोभा चाहिए है। इउं कह लो जगियासू हथ जोड़ के कहंदा सच्चे पातशाह मैनूं पदार्थ नहीं चाहिए, दुख भी झालांगा, जन्म मरण का कोई भय नहीं, बस इक्को किरपा करो मैनूं वाहिगुरू जी मिला दिओ। इहनूं फिर सुनियो ध्यान नाल, बचन असीं रोज़ पढ़ने सुखमनी साहिब च। अगे फिर सतगुरां ने यह नहीं कहा तू संगत झालां कि संगत विच ही सब कुछ खेड वरदी। जिसने ये कहा जी मैनूं प्रभु दे मिलन दी सिर्फ प्यास का लोचा है, धन गुरु पंचम पातशाह कहने खलो मैं तेरी परिक्रमा करां, तेरे तो कुर्बान जावां, किसे दे अंदर तां रब नूं मिलन दी तड़प है ना। हजूर सच्चे पातशाह जी ने अगे फरमाया जिस जन को प्रभ दरस प्यासा नानक ताकै बल बल जासा। बहुत वड्डी गल है गुरमुखो, दर्शनां दी प्यास पैदा हो जानी। क्योंकि अज उसे बच्चन नूं आपां अज विचारांगे, गुरु साहब मेहर करन, दर्शनां दी प्यास पैदा हो जानी भी ओदी किरपा है। जदों बंदे नूं प्यास पैदा हो जाए फिर अपने आप ही सब कुछ छुट जाता है, उस प्यास दे सामने कुछ नहीं। इस करके गुरु जी ने कहा कि पूर्ण होए हमारी आशा तोर भजन की रह प्यासा। सी रोज़ पढ़ने सुख अपना बेनती चौप सतगुरु गुरु गोबिंद सिंह जी के बचन कि सच्चे पातशाह साडी आस पूरी हो जाए, तेरे भजन की प्यास लगी रखे। इत्थे एक उदाहरण देना, कहते बादशाह फकीर दे कोल गया ते उस फकीर नूं उन्हें कहा मन से भी मैं अपने देश अपने मुल्क इनू लै जाऊँगा। कई सलोक इनू सिकंदर नाल जोड़ दिया पर असी तत्त भाव लेना है। वो इबादत वाली रूह बैठी तो उन्हें कहा चल मेरे नाल, मैं तेनू अपने मुल्क विच लै जाना। उन्हें कहा मैनू कुछ नहीं चाहिए, एक काम कर, सूरज की धुप बड़ी सोहनी रब ने दिती है, तो अगे आके खलो गया, तेरा परछावां मेरे ते पै रहा है, बस इन्नी क किरपा कर दे, पासे हो जा, जो रब ने दिता है उन्होंने रोक ना। वो कहता मैं तेन नाल लै जाना कि जो कहोगे उत्थे देंगा, धन पदार्थ महल जो कुछ कहोगे। उस साधु ने सुनी गया, उन्हें एक गल कही, कहन लगा बादशाह तेरे कोल राज भाग बहुत कुछ है, मान लो तू किसी जंगल भी चला जाए तो इन्नी दूर चला जाए कि अत दी गर्मी विच तेरा अंदर प्यास ना लुड़छन लग पे, विलकन लग पे, तेनू पानी की लोड़ होवे, पानी मेरे कोल होवे, क्योंकि तेरे को राज भाग है ना, सब कुछ तेरे कोल है। जे तेनू जिसमानी प्यास सिर्फ पानी की प्यास लगे, होर किसी कोल नहीं पानी मेरे कोल होवे, ते तू आके मैनू कहें जी मैनू पानी पीन नू दिओ, ते मैं उत्तर दियां भी पानी तां मिलेगा जे अद्धा राज देंगा। सुनियो इस बेनती नू, अद्धा राज देंगा पानी तां मिलेगा, की तू राज दे देंगा? बादशाह कहता मरना थोड़ा है, राज तां दूजी चीज़ है, पहला जिंद है अपनी, जे जिंद कायम रहेगी तो फिर राज मिल जाएंगे। मैं सच्ची मुच्ची अद्धा राज दे देंगा, जे मैनू प्यासे नू पानी ना कितों मिले, तेरे तो लेना पे, मैं अद्धा राज देने नू तैयार हो जाऊँगा, क्योंकि प्यास नाल मैं मरना नहीं चाहता। अगों फकीर हस पिया, कहता जे मैं देंगा तो तां ना, कहता जे मैं अद्धा ना ही दें तो मैं तेनू ये कह दियाँ कि तेनू पानी तां मिलना जे पूरा राज दे देंगा। मान लो कहना मैं कह रहा, तू महसूस कर, कहता सच्ची मुच्छी मैं तो जिउना चाहना, तो जिंदगी वास्ते मैं पूरा राज भी दे देंगा जे पानी की प्यास मेरी पूरी हुंदी होवे। अगों फकीर मुस्करा के कहता है कि जे मैं ये शर्त ला दियाँ कि राज भी लाँगा
ਤੇ ਤੈਨੂੰ ਮੇਰਾ ਗੁਲਾਮ ਬਣ ਕੇ ਰਹਿਣਾ ਪਏਗਾ, ਕੀ ਤੂੰ ਸਵੀਕਾਰ ਕਰ ਲਏਗਾ? ਉਸ ਨੇ ਇੱਕੋ ਗੱਲ ਕੀ, ਬਾਬਾ ਵਾਰ-ਵਾਰ ਨਾ ਪੁੱਛ, ਜਦੋਂ ਪਿਆਸ ਲੱਗ ਜਾਏ ਪਾਣੀ ਦੀ, ਪਿਆਸ ਲੱਗ ਜਾਏ ਧੁਰ ਅੰਦਰ ਤਰੇ ਲੱਗੀ ਹੋਵੇ, ਬੰਦਾ ਆਪਣੀ ਪਿਆਸ ਦੇ ਬਦਲੇ ਹਰ ਚੀਜ਼ ਵਾਰ ਦਿੰਦਾ ਹੈ, ਆਪਣੀ ਜਿੰਦ ਦੇ ਬਦਲੇ ਹਰ ਚੀਜ਼ ਵਾਰ ਦਿੰਦਾ ਹੈ। ਉਸ ਫਕੀਰ ਨੇ ਕਿਹਾ, ਉਹ ਸੁਣ ਬਾਦਸ਼ਾਹ, ਇਹ ਸਿਰਫ ਜਿਸਮ ਦੀ ਪਿਆਸ ਹੈ ਜਿਹੜੀ ਟੋਬਿਆਂ ਤੋਂ, ਖੂਹਾਂ ਤੋਂ, ਦਰਿਆਵਾਂ ਤੋਂ ਪੂਰੀ ਹੋ ਜਾਂਦੀ। ਜੇ ਇਹ ਪਿਆਸ ਲੱਗੇ ਤੇ ਪਾਣੀ ਨਾ ਮਿਲੇ, ਤੂੰ ਇਹਦੇ ਬਦਲੇ ਸਭ ਕੁਝ ਆਪਣਾ ਦੇ ਕੇ ਨੌਕਰ ਰਹਿਣ ਨੂੰ ਵੀ ਤਿਆਰ ਹੈ। ਇਹਦਾ ਮਤਲਬ ਪਿਆਸ ਦੀ ਕਿੰਨੀ ਕੀਮਤ ਹੈ। ਮੈਨੂੰ ਤਾਂ ਮੇਰੇ ਵਾਹਿਗੁਰੂ ਅੱਲਾ ਰੱਬ ਦੇ ਮਿਲਣ ਦੀ ਪਿਆਸ ਲੱਗੀ ਹੋਏ, ਤੂੰ ਇੱਕ ਰਾਜਾ ਪਾ ਕੇ ਨਾ ਮੈਂ ਸਾਰੇ ਆਲਮ ਵਾਰ ਦਿਆਂ, ਮੇਰੇ ਪਿਆਰੇ ਮਹਿਬੂਬ ਦਾ ਮੈਨੂੰ ਕਿਤੇ ਦੀਦਾਰ ਹੋ ਜਾਏ। ਤਾਂ ਪਿਆਰੇ, ਉਸ ਪਿਆਸ ਦੀ ਕੋਈ ਕੀਮਤ ਹੋ ਸਕਦੀ ਹੈ ਜੀ? ਪਿਆਸ ਦੀ ਕੋਈ ਕੀਮਤ ਨਹੀਂ। ਪਿਆਸ ਦੀ ਇੱਕੋ ਕੀਮਤ ਹੈ ਮਿਲਾਪ। ਇਸ ਬੇਨਤੀ ਨੂੰ ਫਿਰ ਸੁਣਿਓ, ਪਿਆਸ ਦੀ ਕੋਈ ਹੋਰ ਕੀਮਤ ਨਹੀਂ। ਹੁਣ ਇੱਕ ਬਚਨ ਅਸੀਂ ਪੜ੍ਹਦੇ ਹਾਂ, ਓਹਾ ਪ੍ਰੇਮ ਪਿਰੀ ਕਨਿਕ ਮਾਨਕ ਗੱਜ ਮੋਤੀਅਨ ਲਾਲਨ ਨਹਿ ਨਹਾ ਨਹੀਂ। ਇਹ ਪਿਆਸ ਨਹੀਂ। ਨਹੀਂ ਗੁਰਮੁਖੋ, ਜਿਹਦੇ ਅੰਦਰ ਪਿਆਸ ਪੈ ਜਾਵੇ, ਦੁਨੀਆ ਦੀ ਕੋਈ ਪਦਾਰਥ ਉਹਨੂੰ ਖਰੀਦ ਹੀ ਨਹੀਂ ਸਕਦਾ ਜੀ, ਕੋਈ ਚੀਜ਼ ਨਹੀਂ ਖਰੀਦ ਸਕਦੀ। ਫਿਰ ਬੇਨਤੀ ਸੁਣਿਓ, ਪਿਆਸ ਲੱਗੀ ਹੈ ਤੇ ਸੋਨੇ ਦਾ ਥਾਲ ਭਰ ਕੇ ਕਹੀਏ ਨਾ ਜੀ ਪਾਣੀ ਨਾ ਮੰਗੋ, ਤੁਸੀਂ ਸੋਨੇ ਦਾ ਕੈਂਠਾ ਗਲ 'ਚ ਪਾ ਲਓ, ਉਹ ਕਹੇਗਾ ਮੈਂ ਸਿਰ 'ਚ ਮਾਰਨਾ, ਮੈਨੂੰ ਪਾਣੀ ਦੇ। ਅਸੀਂ ਕਹੀ ਜੀ ਰਤਨ ਲੈ ਲਓ, ਆ ਸੋਨੇ ਦੀ ਕੁਰਸੀ ਤੇ ਬਹਿ ਜਾਓ। ਉਹ ਗੁਰਮੁਖੋ, ਜਦੋਂ ਪਿਆਸ ਅੰਦਰ ਹੋਵੇ ਪਿਆਰੇ ਨੂੰ ਮਿਲਣ ਦੀ, ਗੁਰੂ ਅਰਜਨ ਸਾਹਿਬ ਕਹਿੰਦੇ ਕੁਛ ਨਹੀਂ ਚਾਹੀਦਾ, ਸਿਰਫ ਤਾਂ ਸਿਰਫ ਪਿਆਰੇ ਦੀ ਮਿਲਾਪ ਹੀ ਬੁਝਾ ਸਕਦਾ, ਹੋਰ ਦੁਨੀਆ ਦੀ ਕੋਈ ਚੀਜ਼ ਨਹੀਂ। ਉਹ ਹਾਂ ਪ੍ਰੇਮ ਪਿਰੀ ਕਨਕ ਮਾਨਕ ਗੱਜ ਮੋਤੀਅਨ ਲਾਲਨ, ਸਤਿਗੁਰਾਂ ਦਾ ਬਚਨ ਹੈ। ਮੈਂ ਚਲੋ ਕਹਾਣੀ ਸਾਖੀ ਸੱਚੀ ਮੈਂ ਜਾਣ ਕੇ ਲੈਣਾ, ਸੰਗਤ ਵਿੱਚੋਂ ਕਿਹਾ ਵੀ ਜਾਂਦਾ ਵੀ ਜ਼ਰੂਰ ਕੋਈ ਨਾ ਕੋਈ ਸੁਣਾਇਆ ਜੇ ਜੀ, ਪਰ ਮੈਂ ਆਪ ਨੂੰ ਬੇਨਤੀ ਕਰਾਂ ਗੁਰਮੁਖੋ, ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ। ਚਲੋ ਮੈਂ ਕੋਈ ਮੇਰੀ ਜਥੇਬੰਦੀ ਤਾਂ ਹੈ ਨਹੀਂ ਜੀ, ਕੋਈ ਬਹੁਤ ਸਾਰੇ ਲੋਕ, ਸਾਰੀ ਸੰਗਤ ਹੀ ਸੰਗਤ ਸੁਣਨ ਨੂੰ ਮਿਲਦਾ ਹੈ ਵੀ ਤੁਸੀਂ ਇਹ ਗੱਲ ਕੀ ਅਸੀਂ ਇਸ ਤਰ੍ਹਾਂ ਮੰਨਿਆ। ਮੈਂ ਆਪ ਸਭ ਨੂੰ ਬੇਨਤੀ ਕਰਾਂਗਾ ਨਾ ਜੀ, ਵੈਸੇ ਕਿਸ ਦਿਨ ਫਿਰ ਕਰਨੀ ਡਿਟੇਲ ਨਾਲ। ਅਸੀਂ ਚਾਹੁੰਦੇ ਹਾਂ ਸਿੱਖੀ ਦੀ ਚੜ੍ਹਦੀ ਕਲਾ, ਵੀ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ, ਜੈ ਜੈਕਾਰ ਹੋਵੇ। ਸੱਚੀ ਮੁੱਚੀ ਆਪਣੇ ਅੰਦਰ ਝਾਤੀ ਮਾਰ ਕੇ ਦੇਖੀਏ, ਜਿਹੜੇ ਪੰਥ ਦੀ ਚੜ੍ਹਦੀ ਕਲਾ ਚਾਹੁੰਦੇ, ਅਸੀਂ ਗ੍ਰੰਥ ਦੇ ਕਿੰਨੇ ਕੁ ਦਰਸ਼ਨ ਕੀਤੇ? ਕਿ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ? ਆਪਾਂ ਤਾਂ ਮੁਥਾ ਜਾਂਦੇ ਹਾਂ। ਸੱਚੀ ਮੁੱਚੀ ਸਾਰੇ ਜੀ ਖਲੋਤੇ ਹੋਣਗੇ, ਟਾਈਆਂ ਸ਼ਾਈਆਂ ਲਾਈਆਂ ਹੋਣਗੀਆਂ। ਜੇ ਮੰਨ ਲਓ ਕੋਈ ਗ੍ਰੰਥੀ ਸਾਹਿਬ ਅਰਦਾਸ ਵਾਲਾ ਨਾ ਮਿਲੇ, ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਆ। ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁ ਗਿਣਤੀ 'ਚ, ਤੇ ਬਾਅਦ ਵਿੱਚ ਬੈਠਿਆਂ ਜੋ ਸ਼ੁਰੂ ਹੋ ਜਾਣਗੇ ਪੰਥ ਦੀ ਚੜ੍ਹਦੀ ਕਲਾ। ਤੈਨੂੰ ਤਾਂ ਜੇ ਅਰਦਾਸ ਵੀ ਨਹੀਂ ਕਰਨੀ ਆਉਂਦੀ। ਇਹ ਅਰਦਾਸ, ਇਹ ਪਾਠ, ਇਹ ਕੀਰਤਨ, ਇਹ ਵਿਚਾਰ ਕੇਵਲ ਇੱਕ ਜਮਾਤ ਦਾ ਕੰਮ ਨਹੀਂ। ਯਾਦ ਰੱਖਿਓ, ਹਰ ਗੁਰਸਿੱਖ ਪਾਠੀ ਹੈ, ਹਰ ਗੁਰਸਿੱਖ ਕੀਰਤਨੀਆ ਹੈ, ਹਰ ਗੁਰਸਿੱਖ ਵਿਚਾਰਵਾਨ ਹੈ। ਜੇ ਚੜ੍ਹਦੀ ਕਲਾ ਚਾਹੁੰਦੇ ਆ ਨਾ, ਤੇ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਆਪ ਕਰੀਏ। ਕਰੀਏ ਕਿਵੇਂ? ਸੰਥਿਆ ਲੈ ਕੇ। ਮੇਰੀ ਬੇਨਤੀ ਹੈ, ਪਿੰਡਾਂ 'ਚ ਗੁਰਦੁਆਰਿਆਂ ਵਿੱਚ ਗ੍ਰੰਥੀ ਸਾਹਿਬ ਨੇ, ਉਂਝ ਗੁਰਮੁਖ ਪਿਆਰੇ ਬੜੇ ਮਿਲਦੇ ਆ। ਆਪਾਂ ਕਹੀਏ ਜੀ ਮੈਂ ਪੰਜਾਬੀ ਪੜ੍ਹ ਕੇ ਪਾਠ ਕਰ ਲਾਂਗਾ, ਨਹੀਂ ਗੁਰਮੁਖੋ, ਸੰਥਿਆ ਤੋਂ ਬਿਨਾਂ ਪਾਠ ਸ਼ੁੱਧ ਨਹੀਂ ਹੋਣਾ। ਸੰਥਿਆ ਬਹੁਤ ਲਾਜ਼ਮੀ। ਦੂਜੀ ਗੱਲ ਇੱਕ ਹੋਰ ਕਰਕੇ ਮੈਂ ਥੋੜ੍ਹਾ ਜਿਹਾ ਵਿਸ਼ੇ 'ਚੋਂ ਨਿਕਲਿਆ। ਅਸੀਂ ਚਾਹੁੰਦੇ ਹਾਂ ਵੀ ਸਾਡਾ ਚੜ੍ਹਦੀ ਕਲਾ ਹੋਵੇ। ਆਪਣੇ ਘਰਾਂ 'ਚ ਅਸੀਂ ਰੋਜ਼ ਢਹਿੰਦੀ ਕਲਾ ਕਰਨੇ ਆ। ਉਹ ਕਿਵੇਂ ਜੀ? ਜਿਸ ਅੱਖਰਾਂ ਵਿੱਚ ਗੁਰੂ ਨੇ ਰੱਬੀ ਗਿਆਨ ਨੂੰ ਲਿਖਿਆ, ਗੁਰਮੁਖੀ ਨੂੰ, ਕਿੰਨੇ ਕੁ ਅਸੀਂ ਆਪਣੇ ਘਰ 'ਚ ਪੰਜਾਬੀ ਬੋਲਦੇ ਹਾਂ ਜੀ? ਆ ਤੁਸੀਂ ਰਾਜਪੁਰਾ ਟੱਪ ਜਾਓ, ਰਾਜਪੁਰਾ ਤੱਕ ਹੀ ਪੰਜਾਬ ਦੇ ਸ਼ਹਿਰਾਂ ਵਿੱਚ ਜਿੰਨੇ ਬੰਦੇ ਅਮੀਰ ਨੇ, ਜਿਹੜੇ ਘਰ ਬੈਠੇ ਸੁਣਦੇ ਹੋਣਗੇ, ਜਾਂ ਉਹਨਾਂ ਦੇ ਨਿਆਣੇ ਅੰਗਰੇਜ਼ੀ ਬੋਲਦੇ ਆ ਜਾਂ ਹਿੰਦੀ ਬੋਲਦੇ ਆ, ਜੀ ਸਦਕਾ ਜਿਹੜੀ ਮਰਜ਼ੀ ਭਾਸ਼ਾ ਸਿੱਖੋ, ਘੱਟੋ ਘੱਟ ਉਹਨਾਂ ਅੱਖਰਾਂ ਨੂੰ ਨਾ ਭੁਲਾਓ ਜਿਨ੍ਹਾਂ ਅੱਖਰਾਂ ਨੂੰ ਕਰਤਾਰਪੁਰ ਤੋਂ ਬਾਬਾ ਜੀ ਨੇ ਸ਼ੁਰੂ ਕੀਤਾ ਤੇ ਕਿਹਾ ਰੱਬ ਦੀਆਂ ਸਿਫਤਾਂ ਅੱਜ ਤੋਂ ਬਾਅਦ ਗੁਰਮੁਖੀ ਵਿੱਚ ਕਰਨੀਆਂ ਨੇ। ਆ ਗੁਰਮੁਖੀ ਲਿਪੀ ਜਿਹੜੀ ਸ਼੍ਰੋਮਣੀ ਕਮੇਟੀ ਨੇ ਮਤਾ ਵੀ ਪਾਸ ਕੀਤਾ ਕਿ ਗੁਰੂ ਅੰਗਦ ਸਾਹਿਬ ਦਾ ਜਿਹੜਾ ਗੁਰਿਆਈ ਵਾਲਾ ਦਿਨ ਹੈ, ਇਹ ਗੁਰਮੁਖੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਏਗਾ। ਜਿਵੇਂ ਗੁਰੂ ਹਰਿਰਾਏ ਸਾਹਿਬ ਦਾ ਵਾਤਾਵਰਨ ਮਨਾਉਂਦੇ ਹਾਂ ਗੁਰਮੁਖੀ, ਤੇ ਚਾਹੀਦਾ ਉਸ ਦਿਨ ਹਰ ਸਿੱਖ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਸ ਦਿਨ ਇੱਕ ਇੱਕ ਪੇਜ ਜ਼ਰੂਰ ਗੁਰਮੁਖੀ ਦਾ ਲਿਖੇ।
मैं हाथ जोड़ के बेनती करांगा, जे चढ़दी कला चाहते हो तो गुरमुखी लिपि नूं मरन ना दिओ, क्योंकि ये पतन वाले पासे जाती पई है। मैं फिर विषय तो दूर ना जावां, थोड़ा जिहा अर्ज करनी बहुत जरूरी सी। हजूर ने फरमाया कि जिस अंदर प्यास होवे, जिस अंदर तड़प होवे, क्योंकि अज मैं विषय तो भटकांगा नहीं, आप शब्द बिल्कुल वही अर्थ करांगे जिहड़ा अज हजूर ने फिर बख्शिया। हजूर ने कहा जो प्यास पैदा हो जाए उदों नहीं बंदा रह सकता। ओहा प्रेम प्री कनक मानक गज मोतियां लालन नह नहा नखी। उन्होंने तुसी प्यास वाले नूं सोना दे दिओ, चांदी दे दिओ, मोती दे दिओ, हीरे दे दिओ, वो गुरमुखो जेड़ी प्यास पानी दे घुट ने भजा देनी है, वो सोना चब के बुझूगी। जेड़ी प्यास सिर्फ पीन नाल बुझेगी, कोई नहीं बुझा सकता। तो जिहड़ी वाहिगुरू नूं मिलण दी प्यास है, ये नाम नाल ही बुझ सकती है, दुनिया की कोई ताकत नहीं बुझा सकती। ओहा प्रेम प्री कनक मान गज मोतियां लालन नह नाह नखी। राज ना भाग ना हुक्म ना साधन किच किच ना चाही। वाहिगुरू एडी वड्डी गल, मैनू राज नहीं चाहिदा, मैनू स्वाद नहीं चाहिए, मैनू धन नहीं चाहिदा, सिर्फ एक कृपा करो, मेरा प्यारा मैनू मिला देवो। उसकी तांघ है मेरे अंदर। एक उदाहरण होर दास दिंदा है। आ बाबा बकाला साहब के नज़दीक सठियाले के नेड़े एक पिंड है बुताला। आपनू पता है इत्थे जिहड़े सज्जन सुन भी रहे होणगे, इत्थे सतगुरु गुरु हरगोबिंद साहब महाराज जी गए सन। बड़ी प्यार की घटना है, संत गाथा च इहदा जिक्र किया गया है। कहते ने एक गबरू शब्द वरत्या उच लिखिया है, नौजवान कह लो, अपने खूह ते बैठा है। ते होया कि खूह गेड़ नहीं रहा, पर खूह ते बैठा है। तो इन्नी देर नूं 5-7 शरीर, समझो कोई शरीर तुरे आउंदे आ। उन्हां विचों एक गुरमुख प्यारा अपनी रसना तो बोल रहा है, तो दूजे तुरदे होए उहदे बचन सुनते पे आ। वो जदों खूह दे नेड़े आए तो वह गुरमुख शब्द दा बाणी दा भोग पाया, तो नाल कहन लगे जी सानू प्यास लगी। ये उदन वाली घटना उस तो वखरी है, किते मन च आए भी वो तो उदन भी सुनाई सी। नहीं, वो कह लगे भी सानू प्यास लगी है, तो पानी पिया देगा। वो कहता जी खूह तो चलता नहीं, पर मैं थले उतर के माल नालों ना, पुराने सज्जनों को पता है माल की हुंदी सी, जिहड़ी टिंड घुमदी हुंदी सी। उंज बाणी शब्द आउंदे ने, माल का भी जिक्र, टिंड का भी जिक्र है। वो थले उतरिया जी, उन्हें टिंड जिहड़ी पानी च भरी सी, पानी च वो लैके आ गया। जिहड़ा गुरमुख बाणी पढ़ रहा सी, शब्द का भोग पै चुका है। उन्हें पूछा जी तुसी कौन हुंदे हो? संत गाथा च उन्हें लिखिया जी असी हिंदू हुंने आ। ये शब्द उत्थे लिखिया होया, असी हिंदू हुंने आ, पर उंज लोकी सानू सरवरीए कहिंदे आ। तुहानूं पता उन्हें सरवर की पूजा, कबरां की पूजा की जाती सी जी। ते जिहड़ी पंजाब विच अज भी शिखरां ते साजिश अधीन प्रचारी जा रही है, ये सच्चाई है। कहते असी ते सरवर नूं पूजने हैं जी। वो गुरमुख बाणी पढ़न वाले ने कहा तुसी बेनेमे हो। बेनेमे कहंदे हुंदे सन। बेनेमे का अर्थ है जन्म तुहारा किधर होया ते काम तुसी की करदे पए हो। तेरे हाथ दा पानी नहीं पीना, छड़ परा बेनेमा है तू। कहंदे प्यास लगी पर तेरे हाथ दा नहीं पीना, चले गए। पता नहीं उस बच्चे नूं, उस नौजवान नूं अंदर जिवें तीर की तरह अनियाला तीर वज गया। इत्थे मैं द्वैश अधीन नहीं कह रहा, क्योंकि आम लोग कहते शरधा होनी चाहिए, शरधा होनी चाहिए। याद रखियो खरन की शरधा चमकदी रेत ते हुंदी है। जदों रेत चमकदी खरन यही शरधा नाल कहंदा ना पानी है पानी है। पर कदी हरन नूं पानी पींदिया देखिया मारूथल च? आ सड़क उत्ते आपां गर्मी च चलने आ ते दूरों इंज प्रतीत हुंदा जिवें पानी तुरिया आ रहा। जिदन बड़ी धुप पैंदी ये शरधा रख के कही जी पानी की लोड़ कोई नहीं, सामने सड़क तो पानी आ रहा है। वो प्यारिओ तपदी रेत की चमक नूं पानी समझ के शरधा ना बनाइए। पानी है तो शरधा वाकई प्रवान है। असीं कहने जी साडी शरधा है, जिन्हों शरधा कहने उन्होंने गुरु गोबिंद सिंह कूर किरिया कहंदे आ। काहू लै पाहन पूज धरियो सिर, काहू लै लिंग गरै लटकायो, काहू लख्यो हर अवाची दिशा में, कहूँ पिछा को शीश नवायो। को बुतान को पूजता है पश, कोई पशु बंदा बुतां की पूजा करी जा रहा है, कोई कबरां नूं पूजी जा रहा है। मैं कोई शब्द अपने को नहीं। गुरसिखो खेद हुंदा है
कि सिर ते दस्तां पग बन्नी हुंदी है ते वीरवार नूं लैन च लगा हुंदा पीर दे उत्ते तेल चाढ़न वास्ते। एक पूरी क्रिया है, शरदा नहीं। काहू लै पाहन पूज धरियो सिर, काहू लै लिंग गरै लटकायो। कोई पत्थर नूं पूज रहा है, कोई शिवलिंग गले च पाई बैठा है। काहू लख्यो हर अवाची दिशा में, कोई ये कह रहा भी दक्षिण वाले पासे खरी का मंदिर जगन्नाथपुरी। काहू पिशाक को शीस नवायो, कोई पश्चिम वाले पासे शीस झुका रहा है। काहू लै पाहन पूज धरियो सिर, काहू लै लिंग गरै लटकायो। काहू लख्यो हर अवाची दिशा में, काहू पिशाक को शीस नवायो। को बुतान को पूजत है पस, को मृतान को पूजन तायो। गुरु गोबिंद सिंह शरदा नहीं कह लगे, नहीं कूर क्रिया उर्जो सब ही जग श्री भगवान को भेद ना पायो। जिन्हों लोग शरदा कहते आ, उन्होंने गुरु गोबिंद सिंह अकाल का सुत ये शब्द सच्चे पिता जी कह रहे आ, एक कूर क्रिया है। उन्होंने जी इको गल कही, बेनियमा है तू। पता नहीं उन्होंने इन्नी सट वजी, पर कमाई वाले ने कही ना। असीं तां रोज़ लोगों को कही जाने कथा विच, तुसीं आंजो तुसीं आंजो। अगले कहते एवें बाबे बोली जाते हैं, वो कमाई वाला बोलिया। उन्हें कहा तू बेनेमा खां। घर चला गया, जाके माँ नूं पुछदा भी असीं कौन खां। माँ ने क्या होया कि कहंदा अज मैं खूह ते बैठा सा, कोई सज्जन आए, उन्हां विचों एक कुछ बोल रहा सी। मेरे आके वो नेड़े आया, वो चुप कर गया। जदों चुप किया तो सारिਆਂ ने हाथ जोड़ के इस तरह शीश झुका दिता, पर मैनू पता नहीं वो की बोल रहे सन। शीश झुकाया तो मैनू कह लगे पानी पिया दे। टिंड खोल के लियांदी, पानी पियान लगा तो अगों उत्तर मिलिया, तू किनू मानने, कौन है। मैं क्या हिंदू का सरवरिया नू पूजने। मैनू कह लगे तेरा पानी नहीं पीना, तू बेनेमा है, तू अपने धर्म विच भी नहीं। माई दियां अखां भर आईयां। कहना माँ तू सुन के रोई क्यों। कहंदी है पुत वो गुरु नानक साहब दे सिख होणगे, जो तू दस रहा है। एक जना बोल रहा सी, दूजे सुन रहे सन। जदों चुप कीते, हाथ जोड़ के शीश झुका दिता। ये गुरु नानक साहब दे सिखां दी निशानी है। वो चलते फिरते उठते बहिंदे बाणी पढ़ते आ। जिथे शब्द का भोग पै जाए, बाणी का भोग पै जाए, थां कोई भी होवे, हाथ जोड़ के वैगुरु अगे अदब नाल शीश झुका देंदे आ। वो बच्चा पूछदा गुरु नानक साहब दे सिख। माई अखां भर के कहंदी है मैं भी बाणी पढ़दी सां, पर ऐस घर चाही जदों विआह के बस सब कुछ मेरा भी जांदा रहा। माँ दे बोल सुन के उस बच्चे ने अगला सवाल किया, कहंदा माँ मैं नहीं कबर पूजनी, मैं उस गुरु नूं मिलना चाहना जिहदे सिख अज मेरे कोलों लंघ के गए आ। फिर बेनती सुनो, गल अज फिर चलदी पई मिलाप दी, बेबलता दी, प्यास दी। उस सतगुरु नूं, उस गुरु जी नूं मिलना चाहना जिस गुरु दे सिख सन। वो गुरमुखो साडे तां इन्ने उत्ते कित्थे जीवन। भाई साहब कहंदे ने सतगुरु चंदन है, सिख हवावां ने, जिथों हवा निकल जाए चंदन नाल भरी होई, चंदन नाल भरपूर, वो लंघदे होए ढक पला अरिंड ते किकरां नूं भी सुगंधी दे देंदी है। जिथे सच्ची मुच्ची गुरु नानक साहब की कमाई वाला सिख लंघ जाए, वो सुक्कियां खिरदियां नूं भी बाणी की सुगंधी दे जाता है। उन्होंने शब्द कहे तो बच्चा कहता वो सतगुरु नूं किवें मिलीए, किवें मिल सकता है। माँ ने कहा पुत गरीबी अपने घर है, कोई पैसा नहीं, कोई टका नहीं, कित्थे मिल जाएगा। कहता माँ मैं सच्ची मुच्ची उन्होंने मिलना चाहना जिहदे सिख आए। माई सी बड़ी कर्मा वाली, उन्हें क्या पुत एक काम कर, एक चीज़ है जिहड़ी दूरी नूं मिटा दिंदी है। किन्ना मर्जी फासला होवे, सारा फासला मुका दिंदा गुरु। कहन लगी, कहंदा माँ केड़ी चीज़। कहन लगी वो चिंतन है, वो सुरत राही सिमरन है, वो मन करके पुकारना है। जे फिजिकल तौर पर शरीरक तौर पर ना पहुँच सकें, तू अपनी सुरत करके रोज़ पुकार, रोज़ आवाज़ दे, तू गुरु गुरु पुकार। ते मैं यकीन नाल कहनी हाँ तेरा चिंतन, तेरी आवाज़ तुर अंदर तो पुकारिया होया तेरा सतगुरु तेरे कोल जरूर आएगा। कहना मैं तो देखिया भी नहीं। कहन लगे बिना देखन तो ही आवाज़ मारीए तां भी आ जाता है। सच्ची मुच्ची रब दा रूप रेख केड़ा जी।
ਉਹਦਾ ਕੀ ਰੂਪ ਹੈ ਜੀ? रूप न रेख न रंग के चित्रों गुण ते प्रभ भिन्न, पर तिसै बुझाए नानका जिस होवै सो प्रसन्न। जिदे ते बख्शिश करे उन्होंने मिल जाता है। कहने लगी पुत तू चेते कर। वो सिमरन च बैठ गया। मेरी बेनती ध्यान नाल सुनियो गुरमुखो, हर साल कहना सिमरन च बड़ी वड्डी ताकत जे, ये रब नूं प्रगट करदा है। महाराज जी नूं वो कहंदा मां मैं याद करांगा, गुरु जी नूं आवाज़ां मारांगा, ते जे आ गए कहती जे शब्द नहीं वरतना, ये दुविधा पैदा करता है। जे मत बोल आउणगे, जरूर आउणगे। कहंदा महाराज जदों आउणगे ते भेटा की देंगे? मां वो कहंदी पुत गुरु भेटा दा भुखा नहीं, उंज अदब लई भावें 2 दातना तोड़ के भी रख देंगा तां भी स्वीकार ने। जे मिठे दी रोड़ी, ये याद रखियो, इनू पूजा वाले पासे लैके अर्थ नहीं करने। भावनी भगत भाए कौडी अगर भाग रखै, ताहे गुर सर्ब निदान दान देत है। 2 दातना तोड़ के रख दे, मिठा रख दे, एक फुल ही तो भावें रख दे। कहंदा मां फिर मिठा ही दे दे घर। एक गुड़ दी रोड़ी पई सी जी, पेसी गुड़ दी, सुक्का गुड़ माई ने कढ़ के दे दिता। कहन लगा नाले वो टका, वैसे रुपया लिखिया उत्थे, वो टका वो पैसे भी दे दे ਜਿਹੜੇ मैं पिछले दिन तेनों लियांदे दिते। जदों सतगुरु आउणगे गुड़ दी रोड़ी रख के कहांगा महाराज ये स्वीकार करो, ते गरीब दी आ भेटा टका या रुपया प्रवान कर लो। गुड़ लिया, उन्हों पल्ले नाल चादर दे पल्ले नाल बन लिया जी। वो चादर दे पल्ले नाल बन के रात नूं सौना, चादर सराणे, हल वाहना, चादर मोढे ते पल्ले नाल गुड़ बनिया। जे गादी ते बहना खूह दी ते चादर फिर उत्ते गादी दे। पिंड दे लोकां पुछना शुरू कर दिता भी आ तू की बनी फिरना, ये पल्ले च की बनी फिरना? वो कहंदा मेरे सतगुरां दी भेटा है, मेरे सच्चे पातशाह जी ने आउणा, ये भेटा हजूर दे चरनां च रखनी है। कोई समय तो बाद जी पिंड वाले ने छेड़ ही उस बच्चे दी पल्ला पा दी, क्योंकि पल्ले नाल गुड़ बन्निया सी ते पैसे बन्ने। सारे पल्ला पल्ला कहन लग पे, पल्ला जी ये की बनी फिरदा है? गुरमुखो वो ज्यों ज्यों लोग गल्लां करन त्यों त्यों ਉਹਦੇ अंदर नाम ਦਾ रंग चढ़न लग पिया। बहुत वड्डी मुश्किल आउंदी है अजकल तो। बहुत ज़्यादा सोशल मीडिया जिन्हों कहने आ, हर बंदे दे अंदर जो कूड़ा करकट पिया जां अखरां नाल लिख रहा है जां जबान तो बोल रहा है, तो जिन्नी बंदगी करन वाले दी लोग निंदिया करदे आ, खिमा कर दिओ, समझो अपने घर नूं अग लांदे आ लोकी। मैं पखंडी जी नहीं कह रहा, बंदगी करन वाला। लोकां पल्ला पल्ला कहना शुरू कर दिता। ज्यों ज्यों सिमरन करे जी दे अंदरों मैल कटनी शुरू हो गई। पुकार ते गुरु रहा है ना, जिस नूं पुकारोगे उहदे गुण आउणगे। इसे करके गुरु जी ने कहा जिहड़ा भैरो दी शीतला दी पूजा करेगा जां खोता बनेगा जां सच्ची मुच्ची ओदी सवारी बनेगा। भैरो भूत शीतला धावै खरबान ओ शार उड़ावै, खौं तो एक रमैया लहूं आन देव बदलावन देखूं। शिव शिव करते जो नर ध्यावै, बरद चरै डोरू टमकावै, माँ माई की पूजा करे नर सै नार होए ओ तरह। ये बड़ा एक सीधा फार्मूला है जी कि जिन्हों पूजोगे जिन्हों पुकारोगे ओदे गुण अवगुण अंदर प्रवेश करनगे। मैं संखेप जी गल करां जी, वो पुकारन लग पिया, गुरु गुरु बोलन लग पिया, अंदर निर्मल हो गया। हुण इन्नी क बिरती अंदर जदों अंदर निर्मल हो जाए तो टिकना उदों शुरू करदा है। मैला अंदर नहीं कदी टिकदा हुंदा, मैला अंदर तो कल्पदा है जी। वो पवित्र हो गया, अंदर टिकन लग पिया। सारा दिन खेतां च बिरहा विच आ गया, आवाज़ां मारी जानियां, सतगुरु तेरे तो बिना रह नहीं सकदा, दर्शन दे, मैं गरीब हाँ, मेरे ते मेहर कर, मैं बेनेमा हाँ, मैनू नेम वाला बना दे। सतगुरु गुरु हरगोबिंद साहब बकाले की धरती ते कहे, जिहड़ी बाद विच बाबा बकाला साहब अज शब्द असी बाबा बकाला साहब बाद विच भावें जुड़िया है। महाराज इत्थे गए, एक दिन की होया, इन्ना क बिरहा च आ गया, वो घर नहीं गया, धुप च बैठा, वट ते बैठा, पुकारी जाए। छेवें सतगुरु गुरु हरगोबिंद साहब घोड़े ते सवार होए, घोड़े नूं अड्डी लाई, ते जदों तुर लगे पुछदे ने सिख महाराज कित्थे चले हो? कहन लगे पत्थरां नूं चीड़ के
चट्टानां नाल टकरांदी हुई, रुखां दा तणियां दा मुकाबला करदी हुई, सट्टां खांदी हुई एक बिरखा दी नदी मेरे वल आउंदी पई है। उस नूं अगों लैण चलिया हाँ, उस नूं अगों लैण तुरिया हाँ। सच्चे पातशाह महाराज गुरमुखो पिंड बुताले पहुँच गए। मैं तुहानूं बेनती करां, देखो जदों जाग लगदी पता नहीं जिंदगी च किहड़ी घड़ी किहड़े थां ते किन्ने मिलना है, ते सतगुरां दी बख्शिश हो जानी है। खास करके जिस अस्थान ते आपां बैठे हैं ना जी, इत्थे मत कोई समझे आम दुनिया तुरी फिरदी है। हुण नज़दीक खुदाए दे भेद ना किसे दे। महाराज चले गए, पिंड नेड़े गए। एक आदमी सी, उहनूं पुछदे आ ये पिंड का नाम तो चलो पुछया, दसता बुताला। कहन लगे इहदा चौधरी कौन है जी? ते भाई पल्ला थोड़ी दूर अपने खेत की वट ते बैठा सी। उस चौधरी ने, उस पिंड के बंदे ने मजाक उड़ा के कहा, जिवें टिचर करी दी है। कहन लगा जी चौधरी तो वह वे जिहड़ा वट ते बैठा है, क्योंकि वह पिंड च गरीब सी। भाई पल्ला जिवें आम माड़े बंदे नूं खिमा करियो पिंडां चिट्टां टिचरां करदिआं सरपंच कहण लग पैंदे। वो कहता जी चौधरी तो वे। हजूर ने घोड़ा उधर करके कहा, हाँ समा आएगा एक दिन पिंड का चौधरी यही होवेगा। सतगुरु जी चले गए। कहते ने उथे वट ते बैठा नीवी भाई अपने शब्द बोली जा रहा सी, कदों आओगे, कदों मेहर करोगे, मैं रह नहीं सकता, इन्ने दिन हो गए मैं पल्ले नाल गुड़ बन के बैठा हाँ। हजूर ने आवाज़ दी, कहन लगे बेटा असी आए हाँ। हजूर दे जदों क्या उन्हें अपने नेत्रां नाल देखिया, मेरी पीरी दा दाता दल भंजन गुरसूरमा, उहदे व सतगुरां वल देख के इकोदम बेबल होके उठ पिया। आप जी कहन लगे जी हाँ असी, किन्ने दिनां दा तू आवाज़ां मार रहा, किन्ने दिनां दा तू पुकार रहा है। कहंदे हुण सुध बोधी जिवें बंदे नूं भुल जांदी है, सब कुछ भुल गया। इक्को दम दौड़ के सतगुरां दे घोड़े की रकाब भी जिहड़े चरण ने अपने शीस रख के उच्ची उच्ची रोन लग पिया। महाराज सच्चे पातशाह जी घोड़े तो उतरे जी, इस बच्चे नूं अपने सीने नाल ला लिया, वट ते बैठ गए। आ है प्रेम की खेड, वट ते बैठ गए। वो बिरहा विच उहनूं कुछ नहीं, लफ्ज़ ही कोई नहीं निकलते। रो रहा। हजूर कहंदे ने भुख लगी कोई शकन नूं देंगा, भुख लगी कोई खान नूं दे। गुरमुखो असल चो गुड़ की रोड़ी नहीं सी। इन्ने दिन गुरु गुरु पुकारदे उस गुड़ की रोड़ी विच भी रहमत वरत गई सी। कोई शकन नूं देंगा। उन्हें प्यारिओ पल्ला खोलिया, कई दिनां दी बज्जी कोई गुड़ की रोड़ी धन गुरु हरगोबिंद साहिब महाराज ने दिती। महाराज जी ने मुख च गुड़ की रोड़ी पाई। कुछ समय बैठ के कहन लगे मैनू घर नहीं लैके जाएगा। मैं तुम एक बेनती करा, एक कैसी अद्भुत खेड है। गुरमुखो गुरु अज भी है। मैं वार वार कहना, हुण गुरु रामदास का जिक्र करने आ ना, असी कथा वाले ने तो यही कहना ना जी कि महाराज जी का जन्म 1534 नूं होया। गोइंदवाल साहिब महाराज ज्योति जो समा गए। तो गुरु ग्रंथ साहिब नूं पुछो तो भट्ट हरबंस कहंदा भाई मत कहो। कौन कहंदा गुरु चला गया, गुरु रामदास तां अज भी मौजूद है। हरबंस जगत जस संचरियो सो कवन कहे श्री गुरु मोयो। महाराज जी कहंदे आ भाई सानू घर नहीं लैके जाना, फुलिया ना समाया, तुर पिया घर लैके घोड़े ते। महाराज गुरु हरगोबिंद साहिब गए जी। घर पुरानी जी मंजी सी। आवाज़ दिती मां नूं, बूहे च वड़दे सार मां सतगुरु जी आ गए। जिवें बंदा अंदर पाठ जाता, सतगुरु जी आ गए। मंजी डाई उत्ते बस्तर विछाया, सतगुरु बैठ गए जी। दोनों मां पुत्र परमारथ दीयां गल्लां शुरू हो गई। तीसरे गुरु हरगोबिंद साहिब कुछ समय बाद महाराज कहंदे आ भुख लगी है, प्रसादा नहीं छकाओगे। गुरमुखो गल रोटी दी नहीं, तर्क वाले वास्ते तक कुछ भी नहीं। प्रसादा नहीं छकाओगे। देखिया इतिहास कहता कि 2.5 सेर आटा सी उदन घर, अध सेर दाल सी, घ्यो नहीं सी बिल्कुल ही। उन्हें 7 बचन कहा वलटोई विच, पहला वलटोइयां वरतदे सन जी, हांडी कहंदे आ किसे ने, उस दाल पा दी, आटा गुन के प्रसादे पकान लग पई।
इन्नी देर नूं पिंड च भी पता लग गया जिहड़े सिख ने भी गुरु हरगोबिंद साहब आए आ। बकाले साहब तो भी संगतां आ गईयां। उन्हें इश्तिहार करके कहंदी महाराज जी लंगर तैयार है पर। सतगुरु कहने पर। कहने लगी महाराज मेरे घर घ्यो कोई नहीं। हजूर कहने कमी किसी चीज़ की नहीं लियाओ मैं वरताना वा। गुरमुखो उत्थे सतगुरां ने प्रशादे ते दाल पा पा के संगत नूं एक एक प्रशादा दिता। समा आया वो एडा वड्डा घराना सच्ची मुच्ची ओही चौधरी बनया, उहदे खानदान नूं रहमतां मिलियां। गल सिर्फ इन्नी क है कि जदों अंदर प्यास पैदा हो जाए, इसे करके गुरु जी ने अज क्या विछोड़ा सुने दुख। विछोड़ा बड़ा बड़ा दुख है। विन डिठे मरियोद, मर जाऊंगा तेरे तो बिना, हर बिन रह ना सकूं एक राती पर भी नहीं रह सकते। हजूर कहने विछोड़ा सुने दुख, विन डिठे मरियोद, ओदे देखन तो बिना मर जाऊंगा। बाज प्यारे अपने बिरही ना धीरोद, जिदे अंदर बिरह आ गया प्यारे वो धीरज किवें रखेगा। कबीर साहब जी का एक सलोक है, मैं उस दिन भी इस शब्द की कथा करदा क्या सी भाई ये तो आत्मक खिच्चियां तनावां वालियां दे शब्द ने। बोधक तल की इहदी व्याख्या करूगा जी, किहड़े शब्द लियावांगे आपां सिर्फ प्रमाण दे रहे हैं। कबीर साहब जी का एक बचन है, कहने आम तौर पर किसी बंदे नूं जहरीला सप लड़ जाए ना जी, पुराने समय मांदरी जिहड़े सन मंत्र करन वाले जी, वो मंत्र दे नाल वो जहर नूं उतार देंदे सन। गरुड़ मंत्र पढ़िया जाता है। महाराज कहने जिन्हों बिरहा दा सप डंग मार जाए, एक तो बाहरमुखी जहरीला सप है ना, वो डंग मारे तो बंदा मंत्र नाल औषधि नाल, क्योंकि एक भारत विच एक पद्धति सी जिवें एलोपैथी है, होम्योपैथी है, आयुर्वेद है। नहीं खिमा करो मैं किसी तुहानूं माड़े रस्ते नहीं कोई गल कह रहा। इत्थे पुराने ऋषि मुनि मंत्र औषधि भी दसदे सन। हुण जदों असीं पाठ करने सर्ब रोग का औखद नाम की है जी, जदों असीं शब्द जापने वो भी तो एक औषधि है, ये पुराने लोग कहते सन। हुण गरुड़ मंत्र जिहड़ा है वो औषधि के रूप है। सप बंदे नूं रलिया है, जहर चढ़ रहा है, वो कोई उत्ते चीज़ नहीं ला रहा, सिर्फ मंत्र पढ़ रहा है। मंत्र औषधि शब्द औषधि। महाराज कहते ने जहरीला सप लड़ जाए तो गारुड़ी मंत्र पढ़ो तो जहर उतर जाता है। जिन्हों रब दे बिरहा दा सप डंग मार जाए ना, उहदे ते कोई मंत्र नहीं असर करता, सिर्फ मिलाप ते दीवानापन हो सकता है, जहाँ तो झल्ला बौरा हो जाता है। सतगुरां दा बचन है, कबीर बिरहों भुयंगम मन बसै, मंत ना मानै कोई। जे आप शुरुआत की प्यास वाला की मंत्र मनूगा जी, किन्ना को कह ला हाँ पखंडी मन सकता है, चलो कोई नहीं आप इस तरह भी कर लें, कोई नहीं आप इस तरह भी कर लें। जिन्हों बंदगी की लेटक चेटक लगी कौन रोकूगा। कबीर बिरह भुयंगम मन वसै, मंत ना बानै कोई, राम वियोगी ना जिए, जिए तां बौरा होए। वो जे जिएगा झल्ला बन के, कमला बन के, शैदाई बन के। मैं सिर्फ फिर बेनती करा, ये वो अवस्था है जिहदे विच जिग्यासू शब्द वरतो। गुरु साहब तो अपने आप ते टुका रहे ने। उंज वैसे साध संगत जी, धन गुरु रामदास सच्चा पातशाह, उन्हां दे नेत्र कदी सुके नहीं सन हुंदे। ये हर साल मैं बेनती करना। इतिहास कहता है, वो इतिहासकार तो कहते नेत्र जल नाल पूरत रहिंदे सन, अथरुआं नाल, आंसुआं नाल। पर गुरु रामदास जी कहते हैं नहीं, पानी नहीं, सतगुरां दियां चिमणियां बिरहा विचों निकले हुए अमृत नाल भिजियां हुंदियां सन। तां ही सतगुरु जी ने फरमाया, पहला बचन ही पढ़िया जाता सवेरे आसा की वार विच, हर अमृत भिन्ने लोएना, पानी नाल नहीं, नीर नाल नहीं, उस बिरहा विचों निकलिया होया नीर भी अमृत बन गया जी। हर अमृत भिन्ने लोएना, मन प्रेम रतन्ना, राम राजे मन राम कसवटी लाया, कंचन सुविन्ना, गुरमुख रंग चलू लिया मेरा। महाराज अपना कह रहे हैं, वेखो ये अपनी मेरा शब्द वरत्या दा मतलब सतगुरु अपनी अवस्था दस रहे आ कि साडियां अखां भिजियां ने, अंदर प्रेम च रंगिया गया है, चलूला रंग चढ़ गया है।
ਕਹਿਣ ਲੱਗੇ ਸਾਡਾ ਮਨ ਵੀ ਭਿੱਜ ਗਿਆ ਤੇ ਸਾਡਾ ਤਨ ਵੀ ਭਿੱਜ ਗਿਆ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿਨਾ ਗੁਰਮੁਖ ਰੰਗ ਚਲੂਲਿਆ ਮੇਰਾ ਮਨ ਤਨੋ ਭਿੰਨਾ ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧੰਨਾ। ਕੱਲ ਨੂੰ ਚਲੋ ਫਿਰ ਜਦੋਂ ਬਚਨ ਆਏਗਾ ਮਹਾਰਾਜ ਦੀ ਸਿਫਤ 'ਚ ਆਪਾਂ ਕਰਾਂਗੇ। ਸਤਿਗੁਰੂ ਕਹਿ ਰਹੇ ਨੇ ਭਾਈ ਕਿ ਅਸੀਂ ਵਾਹਿਗੁਰੂ ਤੋਂ ਬਿਨਾਂ ਰਹਿ ਨਹੀਂ ਸਕਦੇ। ਅੱਜ ਹਜ਼ੂਰ ਨੇ ਇਸੇ ਬਿਰਹਾ ਨੂੰ ਇਸੇ ਕਾਂਗ ਨੂੰ ਦੁਬਾਰਾ ਬਖਸ਼ਿਸ਼ ਕੀਤੀ। ਸ਼ੁਰੂ ਤੋਂ ਪੜੋ ਫਿਰ ਦੁਬਾਰਾ ਜੀ। ਸਤਿਗੁਰੂ ਗੁਰੂ ਰਾਮਦਾਸ ਇਸ ਪ੍ਰਕਾਰ ਬੇਨਤੀ ਕਰ ਰਹੇ ਨੇ ਵਾਹਿਗੁਰੂ ਜੀ ਅੱਗੇ। ਹਰ ਹਰ ਬੂੰਦ ਭਏ ਹਰ ਸੁਆਮੀ। ਹਰ ਹਰ ਬੂੰਦ ਭਏ ਹਰ ਸੁਆਮੀ। ਹਰ ਹਰ ਖਰੀ ਵਾਹਿਗੁਰੂ ਉਂਝ ਗੁਰਮੁਖੇ ਵੀ ਅਰਥ ਕਰਦੇ ਆ ਸਭ ਕੁਝ ਖਰਨ ਵਾਲੇ, ਪਾਪਾਂ ਨੂੰ ਖੋਣ ਵਾਲੇ, ਸਭ ਨੂੰ ਖਰਿਆਂ ਕਰਨ ਵਾਲੇ, ਸਭ ਦੀ ਪ੍ਰਤਪਾਲਨਾ ਕਰਨ ਵਾਲੇ। ਹਜ਼ੂਰ ਕਹਿੰਦੇ ਸੁਆਮੀ ਵਾਹਿਗੁਰੂ ਜੀ ਪਰਮਾਤਮਾ ਜੀ ਉਹ ਇਸ ਤਰ੍ਹਾਂ ਨੇ ਮੇਰੇ ਵਾਹਿਗੁਰੂ ਜੀ ਬੂੰਦ ਬਣ ਗਏ ਆ ਬਿਰਹਾ ਦੱਸਣ ਲਈ। ਵਾਹਿਗੁਰੂ ਜੀ ਜਿਵੇਂ ਚਾਤਰਕ ਲਈ ਸਵਾਂਤੀ ਬੂੰਦ ਹੈ, ਮੈਂ ਚਾਤਰਕ ਵਾਸਤੇ ਵਾਹਿਗੁਰੂ ਜੀ ਬੂੰਦ ਨੇ। ਉਹ ਪਰਮਾਤਮਾ ਜੀ ਬੂੰਦ ਰੂਪ ਹਨ। ਹਮ ਚਾਤ੍ਰਿਕ ਬਿਲਲ ਬਿਲ ਲਾਤੀ। ਹਮ ਮੈਂ ਚਾਤਰਿਕ ਦੀ ਤਰ੍ਹਾਂ ਬਿਲਕ ਰਿਹਾ ਹਾਂ। ਹਮ ਚਾਤਰਿਕ ਬਿਲਲ ਬਿਲ ਲਾਤੀ। ਗੁਰਮੁਖੋ ਬੜਾ ਬੜਾ ਡੂੰਘਾ ਸ਼ਬਦ ਦੇ ਬਿਲਕਣਾ, ਐਵੇਂ ਨਹੀਂ ਅੰਦਰੋਂ ਧੁਰ ਸੀਨਾ ਚੀਰ ਕੇ ਲੈ ਜਾਂਦਾ ਵਰਲਾਪ ਹੋਏ। ਉਂਝ ਲੋਕ ਤਪਦੇ ਨੇ ਵਿਲਕਦੇ ਨੇ, ਕੁਝ ਲੋਕ ਵਾਸ਼ਨਾ ਦੇ ਵਿੱਚ ਪੀੜਤ ਵਿਲਕਦੇ ਨੇ ਤੇ ਬੰਦਗੀ ਵਾਲੇ ਬਿਰਹਾ ਦੇ ਵਿੱਚ ਵਿਲਕਦੇ ਨੇ। ਆ ਵਿਲਕਣਾ ਵੀ ਦੋ ਤਰ੍ਹਾਂ ਦਾ। ਬਾਣੀ 'ਚ ਇੱਕ ਸ਼ਬਦ ਆਉਂਦਾ ਜੀਓ ਤਪ ਤਖੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ। ਉੱਥੇ ਵੀ ਬਿਲ ਆਇਆ ਹੈ, ਇੱਥੇ ਵੀ ਬਿਲਲ ਬਿਲਾਤੀ ਕਿਹਾ ਗਿਆ। ਲਫ਼ਜ਼ੀ ਅਰਥ ਤਾਂ ਇੱਕੋ ਨੇ ਨਾ। ਉਹ ਵਿਰਲਾਪ ਹੈ ਦੁੱਖ ਦਾ, ਉਹ ਵਿਰਲਾਪ ਹੈ ਵਿਛੋੜੇ। ਇਉਂ ਕਹਿ ਲਓ ਵੀ ਅੰਦਰ ਵਿਕਾਰਾਂ 'ਚ ਖਾਧਾ ਗਿਆ, ਪਰ ਇਹ ਵਿਰਲਾਪ ਹੈ ਅੰਦਰ ਸ਼ੁੱਧ ਹੋ ਚੁੱਕਾ ਹੈ ਤੇ ਰੱਬ ਜੀ ਨੂੰ ਮਿਲਣ ਵਾਸਤੇ ਤੜਪਿਆ ਜਾ ਰਿਹਾ ਹੈ। ਮਹਾਰਾਜ ਨੇ ਉੱਥੇ ਕਿਹਾ ਜਿਉਂ ਤਨ ਬਾਣੀ ਵਿਸਰ ਜਾਏ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵੀ ਲਾਏ। ਉਹ ਵੀ ਤਪ ਰਿਹਾ ਜੀਓ ਤਪਤ ਹੈ ਬਾਰੋ ਬਾਰ। ਗੁਰੂ ਨਾਨਕ ਸਾਹਿਬ ਨੂਰੀ ਨੂੰ ਕਹਿ ਰਹੇ ਨੇ। ਚਲੋ ਸਰਬ ਤਾਂ ਸਰਬ ਥਾਈ ਸਰਬ ਕਾਲੀ ਹੈ ਨਾ, ਪਰ ਦੂਜੇ ਪਾਸੇ ਬਾਬਾ ਫਰੀਦ ਜੀ ਕਹਿੰਦੇ ਮੈਂ ਵੀ ਤਪ ਰਿਹਾ। ਤਪ ਤਪ ਲੋਏ ਲੋਏ ਖਾਤ ਮਰੋਰੂ। ਤੇ ਇੱਕ ਪਾਸੇ ਕਿਹਾ ਜੀਓ ਤਪਤ ਹੈ ਬਾਰੋ ਬਾਰ। ਜਿਹੜਾ ਜੀਓ ਤਪਤ ਹੈ ਬਾਰੋ ਬਾਰ ਇਹ ਉਹ ਸਰੀਰ ਦੀ ਅਵਸਥਾ ਹੈ ਜਿਹਦੇ 'ਚ ਬਾਣੀ ਭੁੱਲ ਗਈ। ਜਿਹੜਾ ਤਪ ਤਪ ਲੋਏ ਲੋਏ ਖਾਤ ਮਰੋਰੂ ਇਹ ਉਹ ਤਪਤ ਹੈ ਜੇ ਸਰੀਰ ਦੇ ਵਿੱਚ ਰੱਬ ਦਾ ਨਾਮ ਤੇ ਬਿਰਹਾ ਪੈਦਾ ਹੋਇਆ ਹੈ। ਤਪ ਤਪ ਲੋਏ ਲੋਏ ਖਾਤ ਮਰੋਰੂ ਬਾਵਲ ਹੋਈ ਸੋ ਲੋਰੂ। ਇਹ ਬਚਨ ਸਤਿਗੁਰੂ ਕਰ ਰਿਹਾ ਭਾਈ ਕਿ ਅਸੀਂ ਚਾਤਰਕ ਦੀ ਤਰ੍ਹਾਂ ਪ੍ਰਭੂ ਦਾ ਨਾਮ ਬੂੰਦ ਹੈ, ਅਸੀਂ ਚਾਤਰਕ ਦੀ ਤਰ੍ਹਾਂ ਵਿਰਲਾਪ ਕਰਦੇ ਹਾਂ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਹਰ ਹਰ ਕਿਰਪਾ ਕਰੋ ਪ੍ਰਭ ਆਪਣੀ। ਖਰੀ हे ਪ੍ਰਭੂ ਜੀ ਆਪਣੀ ਕਿਰਪਾ ਕਰੋ। ਇੱਥੇ ਨਹੀਂ ਕਿਹਾ, ਇਹ ਤਾਂ ਕਹਿ ਦਿੱਤਾ ਸਾਡਾ ਵਿਰਲਾਪ ਹੈ। ਇਹ ਵੀ ਸ਼ਬਦ ਬੜਾ ਰਮਜ ਭਰਿਆ ਹੈ। ਚਾਤਰਕ ਵਿਲਕ ਹੀ ਸਕਦਾ, ਉੱਤੋਂ ਬੂੰਦ ਖਿੱਚ ਕੇ ਤੇ ਨਹੀਂ ਲਿਆ ਸਕਦਾ ਨਾ। ਇਹ ਬੱਦਲ ਨਹੀਂ ਮਿਹਰ ਕਰਨੀ ਹੈ ਨਾ। ਇਹ ਫਿਰ ਇਸ ਗੱਲ ਨੂੰ ਬਰੀਕੀ ਨਾਲ ਦੇਖੀਏ। ਚਾਤਰਕ ਉੱਡੇਗਾ, ਬੱਦਲ ਤਾਂ ਕਿੱਥੋਂ ਜਾਊਗਾ। ਕਹਿੰਦੇ ਨੇ ਵਾਹਿਗੁਰੂ ਜੀ ਤੁਸੀਂ ਆਪਣੀ ਕਿਰਪਾ ਕਰੋ, ਤੁਹਾਡੀ ਕਿਰਪਾ ਦੇ ਨਾਲ ਵਰ ਸਕਦਾ। ਇਸੇ ਕਰਕੇ ਗੁਰੂ ਜੀ ਨੇ ਕਿਹਾ ਬਾਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਜਦੋਂ ਫਿਰ ਕਿਰਪਾ ਹੁੰਦੀ ਉਦੋਂ ਫਿਰ ਵਰਸਦਾ, ਪੁੱਛੋ ਕੋਈ ਨਾ। ਬਾਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਵਾ। ਪਪੀਆ ਪੁਕਾਰਿਆ ਆ। ਉਸ ਵਾਹਿਗੁਰੂ ਜੀ ਦੇ ਘਰ 'ਚ ਸੁਣੀ ਗਈ। ਗੁਰੂ ਮੇਘ ਨੂੰ ਹੁਕਮ ਹੋਇਆ, ਫਿਰ ਗੁਰੂ ਨੇ ਇੰਨੀ ਕੁ ਬਾਰਿਸ਼ ਕੀਤੀ ਇੱਕ ਪਪੀਏ ਦੇ ਪਿੱਛੇ ਸਾਰੇ ਲੋਕਾਂ ਦੀ ਪਿਆਸ ਬੁਝਾ ਦਿੱਤੀ। ਪੁਕਾਰ ਦਾ ਇੱਕ ਗੁਰਮੁਖੋ ਭਾਗ ਕਈਆਂ ਨੂੰ ਲੱਗ ਜਾਂਦੇ ਆ। ਮੈਂ ਤਾਂ ਕਹਾਂਗਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪੁਕਾਰ ਤੁਹਾਡੀ ਸੀ, ਤੁਹਾਡੇ ਬਦਲੇ ਜੁਗਾਂ ਜੁਗਾਂ ਤੱਕ ਲੋਕਾਂ ਦਾ ਬਾਣੀ ਨਾਲ ਉਧਾਰ ਹੋ ਜਾਣਾ ਹੈ। ਬਾਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਵਾ ਵਰਸੋ
ਕਿਰਪਾ ਧਾਰ। ਇੱਥੇ ਗੁਰੂ ਰਾਮਦਾਸ ਮਿਹਰ ਕਰ ਰਿਹਾ, ਵਾਹਿਗੁਰੂ ਜੀ ਆਪ ਕਿਰਪਾ ਕਰੋ, ਮੈਂ ਤਾਂ ਪੁਕਾਰ ਸਕਣਾ, ਵਰਸਣਾ ਤਾਂ ਤੁਹਾਡਾ ਕੰਮ ਹੈ, ਤੁਸੀਂ ਆਪ ਮੇਰੇ ਤੇ ਮਿਹਰ ਕਰੋ। ਮੁਖ ਦੇਵੋ ਹਰ ਨਿਮਖਾਤੀ। ਮੇਰੇ ਮੁਖ ਦੇ ਅੰਦਰ ਇੱਕ ਨਿਮਖ ਮਾਤਰ, ਇਹ ਨਿਮਖ ਕਿੰਨਾ ਕੁ ਸਮਾਂ ਹੁੰਦਾ ਹੈ ਜੀ? ਥੋੜਾ ਜਿਹਾ ਨਾ, ਇਸ ਨੂੰ ਵੀ ਥੋੜਾ ਜਿਹਾ ਧਿਆਨ ਨਾਲ ਸੁਣਿਓ। ਆਪਾਂ ਇਹਦੇ ਅਰਥ ਕਰਾਂਗੇ ਉਦੋਂ ਦੀ ਤਰ੍ਹਾਂ, ਪਰ ਥੋੜੇ ਜਿਹਾ ਹੋਰ ਗਹਿਰਾਈ, ਜਿੰਨੀ ਕੁ ਸਤਿਗੁਰੂ ਸੋਝੀ ਦੇਣ। ਇੱਕ ਨਿਮਖ ਤੋਂ ਬਾਅਦ ਫਿਰ ਵਿਸਰ ਜਾਏ ਕਿ ਤੁਸੀਂ ਇੱਕ ਨਿਮਖ ਮਾਤਰ ਦੇ ਦਿਓ। ਇਸ ਨਿਮਖ ਦਾ ਅਰਥ ਇਹ ਨਹੀਂ ਕਰਨਾ ਕਿ ਥੋੜਾ ਚਿਰ ਉਦੋਂ ਬਾਅਦ ਮੁੱਕ ਗਿਆ। ਇਸ ਨਿਮਖ ਦਾ ਅਰਥ, ਇਸ ਨਿਮਖ ਦੇ ਵਿੱਚੋਂ ਫਿਰ ਕਦੀ ਕੁਝ ਮੁੱਕਦਾ ਨਹੀਂ। ਫਿਰ ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ ਸੁਖਮਨੀ ਸਾਹਿਬ 'ਚ, ਕਿਨਕਾ ਏਕ ਜਿਸ ਜੀ ਬਸਾਵੇ। ਹੁਣ ਕਿਨਕਾ ਥੋੜਾ ਹੀ ਹੈ ਨਾ, ਇਹਦਾ ਮਤਲਬ ਥੋੜਾ ਮੁੱਕ ਗਿਆ ਨਹੀਂ, ਨਹੀਂ, ਇਹਨੂੰ ਥੋੜਾ ਜਿਹਾ। ਫਿਰ ਇਸ ਨਿਮਖ ਨੂੰ ਥੋੜਾ ਅਰਥ ਮੈਂ ਕਰ ਰਿਹਾ, ਥੋੜਾ ਨਿਮਖ ਆ ਗਿਆ ਤੇ ਦੁਬਾਰਾ ਨਿਕਲਣਾ ਨਹੀਂ ਉਹਨੇ। ਇਹਨੂੰ ਫਿਰ ਅਰਥ ਸੁਣਿਓ, ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਸਾ ਕਿਨਕਾ ਦਾ ਅਰਥ ਕਰਾਂਗੇ ਥੋੜਾ। ਅਸੀਂ ਜਿੰਨੇ ਬੈਠੇ ਹਾਂ, ਅਸੀਂ ਕਤਰੇ ਤੋਂ ਨਹੀਂ ਬਣੇ। ਕਤਰਾ ਹੀ ਸੀ ਨਾ, ਪਿਤਾ ਦੇ ਸਰੀਰ ਚੋਂ ਨਿਕਲੀ ਹੋਈ ਇੱਕ ਨਿੱਕਾ ਜਿਹਾ ਕਤਰਾ। ਉਹ ਗੁਰਮੁਖੋ ਉਹ ਕਤਰਾ ਸ਼ਬਦ ਵਰਤਾਂ ਜਿਹੜਾ ਅੱਖਾਂ ਨਾਲ ਦਿਸਦਾ ਵੀ ਨਹੀਂ, ਇੱਕ ਨਿੱਕਾ ਜਿਹਾ ਸੈੱਲ, ਕਿ ਉਸ ਤੋਂ ਬਾਅਦ ਉਹ ਖਤਮ ਹੋ ਗਿਆ। ਉਸ ਨਿੱਕੇ ਜਿਹੇ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਹੈ। ਆ ਏਡੇ ਵੱਡੇ ਸਰੀਰ ਉਸ ਕਤਰੇ ਵਿੱਚੋਂ ਨਿਕਲਿਆ। ਬੋੜ ਦਾ ਰੁੱਖ ਅਸੀਂ ਕਹਿੰਦੇ ਇਹ 1000 ਸਾਲ ਪੁਰਾਣਾ ਹੈ, ਪਰ ਜਿੱਦਣ ਲੱਗਾ ਨਾ ਉਦਣ ਖਸਖਾਸ ਦੇ ਦਾਣੇ ਤੋਂ ਬਰੀਕ ਸੀ ਬੀਜ, ਪਰ ਉਸ ਨਿੱਕੇ ਵਿੱਚੋਂ ਏਡਾ ਵੱਡਾ ਨਿਕਲ ਆਇਆ। ਇਹ ਨਿਮਖ ਦੇ ਵਿੱਚ ਬਹੁਤ ਵਿਰਾਟ ਵਿਆਹ ਹੋਇਆ। ਇਹ ਤਾਂ ਸ਼ੁਰੂਆਤ ਹੈ ਕਿ ਵਾਹਿਗੁਰੂ ਜੀ ਨਿਮਖ ਮਾਤਰ, ਕਿਉਂਕਿ ਨਿਮਖ ਮਾਤਰ ਆ ਗਿਆ, ਤੈਨੂੰ ਜਾਨ ਥੋੜਾ ਦੇਣਾ। ਫਿਰ ਆ ਗਿਆ ਇੱਕ ਨਿਮਖ ਮਾਤਰ। ਇਹਦਾ ਮਤਲਬ ਮੈਂ ਫਿਰ ਅਰਜ਼ ਕਰਾਂ, ਮੈਂ ਆਖਰੀ ਅਰਥ ਥੋੜੀ ਕਰ ਰਿਹਾ, ਪਰ ਇਸ ਥੋੜੇ ਵਿੱਚ ਉਹ ਸ਼ੁਰੂਆਤ ਹੈ ਜਿਵੇਂ ਬੋੜ ਦਾ ਬੀਜ, ਉਹਦੇ ਵਿੱਚ ਬੋੜ ਲੁਕਿਆ ਹੋਇਆ ਹੈ। ਜਿਵੇਂ ਪਿਤਾ ਦਾ ਇੱਕ ਕਤਰਾ, ਉਹਦੇ ਵਿੱਚ ਜਿਸਮ ਲੁਕਿਆ ਹੋਇਆ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਤੁਸੀਂ ਕਿਰਪਾ ਕਰੋ, ਇੱਕ ਨਿਮਖ ਮਾਤਰ ਸਾਡੇ ਮੁਖ ਦੇ ਵਿੱਚ ਆ ਵਸੋ। ਹਰ ਬਿਨਾ ਰਹਿ ਨਾ ਸਕੋ ਇੱਕ ਰਾਤੀ। ਖੇ ਵਾਹਿਗੁਰੂ ਜੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ। ਮੇਰਾ ਖਿਆਲ ਇਹ ਅਰਥ ਆਪਾਂ ਮੈਨੂੰ ਵੀ ਆਪ ਸਭ ਨੂੰ ਚੇਤੇ ਹੋਏ। ਦੂਜਾ ਦਿਨ ਅੱਜ ਦੂਜੀ ਵਾਰੀ ਹੁਕਮ ਮੈਂ ਫਿਰ ਅਰਜ਼ ਕਰ ਰਿਹਾ। ਮੈਂ ਰਾਤੀ ਦੇ ਅਰਥ ਰੱਤੀ ਪਰ ਹਜ਼ੂਰ ਗੁਰੂ ਰਾਮਦਾਸ ਬਖਸ਼ਿਸ਼ ਕਰ ਰਿਹਾ, ਵਾਹਿਗੁਰੂ ਜੀ ਆਪ ਜੀ ਤੋਂ ਬਿਨਾ ਇੱਕ ਰੱਤੀ ਮਾਤਰ ਵੀ ਅਸੀਂ ਰਹਿ ਨਹੀਂ ਸਕਦੇ। ਜਿਉ ਬਿਨ ਅਮਲ ਅਮਲੀ ਮਰ ਜਾਈ ਹੈ। ਕਿਵੇਂ ਨਹੀਂ ਰਹਿ ਸਕਦੇ ਜੀ? ਜਿਵੇਂ ਅਮਲ ਤੋਂ ਬਿਨਾ ਅਮਲੀ ਮਰ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਰਚ ਚੁੱਕਾ ਹੈ ਨਾ ਜੀ। ਜਿਵੇਂ ਚਾਤਰੇ ਵਿੱਚ ਬੂੰਦ ਰਚੀ ਹੈ, ਅਮਲੀ ਦੀ ਨਸ ਨਸ ਵਿੱਚ ਅਮਲ ਰਚ ਗਿਆ, ਅਮਲੀ ਵੀ ਨਹੀਂ ਰਹਿ ਸਕਦਾ। ਤੇ ਗੁਰਮੁਖੋ ਜਿਹਦੇ ਅੰਦਰ ਵਾਹਿਗੁਰੂ ਦਾ ਪਿਆਰ ਨਸ ਨਸ ਵਿੱਚ ਰਚ ਜਾਏ, ਉਹ ਵਾਹਿਗੁਰੂ ਜੀ ਤੋਂ ਬਿਨਾ ਨਹੀਂ ਰਹਿ ਸਕਦਾ, ਗੁਰੂ ਤੋਂ ਬਿਨਾ ਨਹੀਂ ਰਹਿ ਸਕਦਾ। ਜਿਵੇਂ ਅਮਲੀ ਅਮਲ ਨਾ ਮਿਲੇ ਮਰ ਜਾਂਦਾ ਹੈ, ਇਸੇ ਤਰ੍ਹਾਂ ਸਾਡੀ ਹਾਲਤ ਹੁੰਦੀ ਹੈ। ਕਿਉਂ ਹਰ ਬਿਨ ਹਮ ਮਰ ਜਾਤੀ। ਇਸੇ ਤਰ੍ਹਾਂ ਹਰੀ ਪਰਮਾਤਮਾ ਤੋਂ ਬਿਨਾ ਅਸੀਂ ਮਰ ਜਾਂਦੇ ਹਾਂ। ਰਹਾਉ। ਇਹ ਸਤਿਗੁਰਾਂ ਨੇ ਦੋ ਤੁਕਾਂ ਰਹਾਉ ਦੀਆਂ ਦਿੱਤੀਆਂ ਨੇ, ਹਰ ਬਿਨ ਰਹਿ ਨਾ ਸਕੂੰ ਇੱਕ ਰਾਤੀ। ਇਸ ਤੋਂ ਅਗਲਾ ਬਚਨ ਇਹ ਰਹਾਉ ਦੇ ਬਚਨ ਸਨ। ਤੁਮ ਹਰ ਸਰਵਰ ਆਦਿ ਅਗਾਹ। ਹੇ ਪਰਮਾਤਮਾ ਜੀ ਤੁਸੀਂ ਅਸਗਾਹ ਸਮੁੰਦਰ ਹੋ। ਸਰਵਰ ਦਾ ਅਰਥ ਸਰੋਵਰ ਹੈ ਜੀ, ਪਰ ਇੱਥੇ ਸਰੋਵਰ ਦਾ ਭਾਵ ਉਹ ਸਮੁੰਦਰ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ। ਹਮ ਲਹਿ ਨਾ ਸਕਹਿ ਅੰਤ ਮਾਤੀ। ਤੁਸੀਂ ਇੰਨੇ ਡੂੰਘੇ ਸਮੁੰਦਰ ਹੋ, ਅਸੀਂ ਤੁਹਾਡਾ ਇੱਕ ਮਾਤੀ ਦਾ ਅਰਥ ਤੇ ਮਾਤਰ ਥੋੜਾ ਜਿੰਨਾ, ਜਿਵੇਂ ਰੱਤੀ ਹੈ, ਅਸੀਂ ਥੋੜਾ ਜਿੰਨਾ ਥੋੜੀ ਮਾਤਰਾ ਵੀ ਆਪ ਬਾਰੇ ਜਾਣ ਨਹੀਂ ਸਕਦੇ। ਤੂੰ ਪਰਾ ਪਰਾ ਅਪਰੰਪਰ ਸੁਆਮੀ। ਵਾਹਿਗੁਰੂ ਜੀ ਜਿੰਨਾ ਕਹਿ ਲਾਂਗੇ ਤੁਸੀਂ ਉਸ ਤੋਂ ਅੱਗੇ ਹੋ। ਜੇ ਹੁਣ ਕਹਿ ਦਈਏ ਇੰਨਾ ਨਾਮ ਜਪ ਲਿਆ ਬਸ, ਜਿੱਥੇ ਤੂੰ ਰੋਕ ਗਿਆ ਉਸ ਤੋਂ ਅੱਗੇ ਵੀ ਬਹੁਤ ਪਿਆਰ ਹੈ। ਪ੍ਰਭੂ ਪਾਰ ਬ੍ਰਹਮ ਪਰਮੇਸ਼ਵਰ ਪਰੇ ਹੀ ਪਰੇ ਹੈ। ਨਿਤ ਜਾਨੋ ਆਪਨ ਗਾਤੀ। ਹੇ ਵਾਹਿਗੁਰੂ ਜੀ ਮਿਤ ਜਾਨੋ ਆਪਨ ਗਾਤੀ। ਤੁਸੀਂ ਆਪਣੀ ਅਵਸਥਾ ਨੂੰ ਦਾ ਅੰਦਾਜ਼ਾ, ਮਿਤ ਦਾ ਅਰਥ ਅੰਦਾਜ਼ਾ, ਆਪਣੀ ਅਵਸਥਾ ਦਾ ਅੰਦਾਜ਼ਾ ਆਪ ਹੀ ਲਾ ਸਕਦੇ ਹੋ। ਕੋਈ ਦੁਨੀਆ ਦਾ ਪੈਮਾਨਾ ਨਹੀਂ।
ਜਿਹੜਾ कहदा रब इन्नी कोई शक्ति रखता है, परमेश्वर इन्ने शक्तिशाली। देखो ये वैसे पाठ असी रोज़ ही करने, जिहड़ा महाराज ने कहा एक बचन हुंदा जपजी साहब, साह लाही साह लाहे सलाउण जोग परमात्मा दियां सिफतां करन करके एती सुरत ना पाईया। इन्नी सोझी नहीं पै सकती कि परमात्मा जी वाहिगुरू जी मेरे सोहने दीन दयाल किन्ने क वड्डे। साह लाहे एती सुरत न पाईया, नदियां अतै वाह नदियां अतै वाह पवह समुंद ना जानिया है। इत्थों तक प्रकरण वखरा है अर्थ, जिमें नदियां ते वाड़े, वाह दर ते वाड़े, नदियां ते नाले पहाड़ां तो चले, समुंदर विच डिगे होए समुंदर दा अंत नहीं पा सकदे। बंदगी करने वालिया तू मिल सकना पर अंत नहीं पा सकता। फिर बेनती, साह लाही सलाउण जोग परमात्मा, साह लाहे एती सुरत न पाईया, नदियां अतै वाह पवह समुंद ना जानिए। जेड़े नदियां नाले समुंदर च डिग पे वो बादशाह के दसणगे मैं सतलुज चों आया, मैं यमुना चों आया, मैं दजला दरिया हाँ, मैं लील खां, मैं फ्रीजर रिवर हाँ। किसी को ताकत नहीं। जेड़े मिल जाते हो वापस आके कित्थे दस दिया भाई, वो अभेद ने। नदियां अतै वाह पवै समुंद ना जानिया है। समुंद शाह सुल्तान, ये वखरा हो गया जी अर्थ। जिन्हां कोल मन लो समुंदरां जिन्ने खजाने होण, गिरहा सेती माल धन, पहाड़ां जिड्डे उच्चे माल धन दे ढेर लगे होण, कीड़ी तुल ना होवनी जे तिस मनो ना विसरें। प्यारिओ बंदगी करन वाले जेड़े निमरता च रहिंदे ने, दे अर्थे भी कीते, इन्ना सोना इन्ना खजाना उस कीड़ी दे बराबर भी नहीं हो सकता जिहदे हिरदे विचों सतनाम वाहिगुरू नहीं भुलदा। इत्थे एक छोटी जी उदाहरण मैं होर दे देना जी। हुण आपां कहांगे जी अंत ही नहीं पाना, फिर बंदगी क्यों करने आ? वो गुरमुखो अंत पाण वाले बंदगी करके अंत पा सकने आ? एक विधान का ग्रंथ है विचारमाला, पुराने समय पढ़ते होंगे सन कथावाचक, अज भी नौजवानों की रुचि है, क्योंकि साडी तो हुण विद्या नाल भी लड़ाई है। हाँ जी, ये फलाने धर्म का कोई नहीं पढ़ना, ये फलानी गल क्यों बोल गया। मैं कहना इस पासे ना तुरो, जिदन कोई सूझवान गुरु ग्रंथ साहिब की तलवार सारी करने, इस प्रमाण कित्थों दिते गए ने जी कि पुराणा तो बिना वो व्याख्या अगे तुरेगी। पिछोकड़ क्षमा करियो, कच्चा शब्द कई वरदे होंदे आ भी उदाहरणां सारियां वो चों दित्तियां ने, पर ये नहीं मैं कह रहा उन्होंने पूजना है। ओदी एग्जाम्पल लैके क्या तू रब नूं इस तरह जप। आ शब्द जिहड़ा मन रे प्रभ की सरन विचारो, जे सिमरत गनका सी उधरी, ये तो पुराण साहित्य विच आई है गनका, पर वो समझा दिता बंदिया तू वाहिगुरू नूं पूज, जे उतर गई है तो वो ग्रंथ सी विधान दा। ਉਹਦੇ ਵਿੱਚ एक अनाथ का लिखिया होया जिहड़ा वो विद्वान है, वो कहता है कि 40 पुत्री लोन की थां सिंध की लेन, थां सिंध की लैन। 40 का अर्थ है चली, पुत्री का लफ्जी अर्थ है जी पुतली, किदी लोन की, लोन का अर्थ है नमक। समुंदर विचों लूण निकलिया ते लूण का एक स्टैचू, लाउण का एक बुत, नमक का बुत। कहता लोको मैनू समुंदर छट्टो, मैं टुब्बी मार के दसना समुंदर किन्ना को डूंगा है। वो कहता वाहिगुरू बारे 40 पुत्री लोन की थां सिंध की लैन, अनाथ आप आपे भाई उल्ट कह को बहन। इन थोड़ा अर्थ कर देना, जिस समुंदर विचों लूण निकले कि वो लूण समुंदर का थां पा सकेगा? समुंदर च डुब्बा होया लूण सच ए वे कोई समय बाद घुल के समुंदर का पानी बन जाता है। वो बंदिया तू राम की अंश है, तू अंत पा सकना, तू तुरता सही, सच्ची मुच्ची तेरे नाल तां आ वापर जाना। कबीर तू तू करता तू हुआ, मुझ में रहा ना हूँ, जब आपा पर का मिट गया, जत देखूं तत तू। वो परे तो परे है, अपरंपर है, उसका कोई अंत नहीं पा सकता। हर के संत जना हर जपियो, हरि दे परमात्मा दे प्यारे संत जना ने उस खरी परमात्मा नू जपिया है। गुर रंग चलूला राती, गुरु जी ने बख्शिश की, वो गूढ़े रंग च रते गए।
ਜਿਨ੍ਹਾਂ ਨੇ ਖਰੀ ਪ੍ਰਭੂ ਨੂੰ ਜਪਿਆ ਹੈ। ਹਰ ਹਰ ਭਗਤ ਬਣੀ ਅਤ ਸੋਭਾ। ਹਰੀ ਪਰਮਾਤਮਾ ਦੀ ਭਗਤੀ ਕਰਦਿਆਂ ਕਰਦਿਆਂ ਉਹਨਾਂ ਦੀ ਸ਼ੋਭਾ ਅਤ ਦੀ ਬਣੀ ਹੈ। ਹਰ ਜਪਿਓ ਊਤਮ ਪਾਤੀ। ਉਹਨਾਂ ਨੇ ਖਰੀ ਪਰਮਾਤਮਾ ਨੂੰ ਜਦੋਂ ਜਪਿਆ ਤੇ ਊਤਮ ਦਰ ਤੇ ਸ੍ਰੇਸ਼ਟ ਤੇ ਪਾਤੀ ਦਰ ਤੇ ਪਤ ਇੱਜ਼ਤ, ਸਭ ਤੋਂ ਉੱਚੀ ਪਤ ਉਹਦੀ ਹੁੰਦੀ ਜਿਹੜਾ ਬੰਦਗੀ ਕਰਦਾ। ਮਹਾਰਾਜ ਨੇ ਤਾਂ ਹੀ ਬਚਨ ਕੀਤਾ, ਚੱਲਿਆ ਪਤ ਸਿਓ ਜਰਮ ਸਵਾਰ ਵਾਜਾ ਵਾਇਸੀ। ਮਹਾਰਾਜ ਕਹਿੰਦੇ ਜਿਹੜਾ ਬੰਦਗੀ ਕਰਦਾ ਉਹ ਤਾਂ ਇੱਜ਼ਤ ਨਾਲ ਤੁਰਦਾ ਹੈ। ਹਜ਼ੂਰ ਨੇ ਫਰਮਾਇਆ ਸਭ ਤੋਂ ਉੱਤਮ ਉਹਨਾਂ ਨੂੰ ਇੱਜ਼ਤ ਮਿਲੀ ਹੈ। ਆਪੇ ਠਾਕੁਰ ਆਪੇ ਸੇਵਕ। ਆਪੀ ਵਾਹਿਗੁਰੂ ਮਾਲਕ ਹੈ, ਆਪੀ ਸਿੱਖ ਚੇਲਾ ਸੇਵਕ ਹੈ। ਆਪ ਬਣਾਵਾ ਭਾਤੀ। ਆਪ ਹੀ ਉਹ ਸਾਰੇ ਜ਼ਰੀਏ ਬਣਾ ਰਿਹਾ ਆਪਣੇ ਨਾਲ ਜੋੜਨ ਦੇ। ਨਾਨਕ ਜਨ ਤੁਮਰੀ ਸਰਣਾਈ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਕਹਿੰਦੇ ਨੇ, ਦਾਸ ਨਾਨਕ ਆਪ ਜੀ ਦੀ ਚਰਨ ਸ਼ਰਨ ਚ ਹੈ। ਹਰ ਰਾਖੋ ਲਾਜ ਭਗਾਤੀ। ਸਾਨੂੰ ਪਤਾ ਹੈ ਵਾਹਿਗੁਰੂ ਜੀ ਤੁਸੀਂ ਆਪਣੇ ਭਗਤੀ ਕਰਨ ਵਾਲਿਆਂ ਦੀ ਲਾਜ ਰੱਖਦੇ ਹੋ, ਸਿਮਰਨ ਕਰਨ ਵਾਲਿਆਂ ਦੀ ਲਾਜ ਰੱਖਦੇ ਹੋ। ਇਹ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਨ। ਸਮਾਂ ਹੋ ਗਿਆ ਹੈ, ਆਓ ਆਪਾਂ ਥੋੜਾ ਜਿਹਾ ਸਾਰੇ ਨਾਮ ਜਪ ਲਈਏ ਜੀ। ਸਾਰੀ ਗੱਲ ਦਾ ਨਿਚੋੜ ਤਾਂ ਇਹੀ ਹੈ ਪਿਆਰਿਓ, ਸਾਰੇ ਬੋਲਿਆ ਕਰੋ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸਾਰੇ ਪੁਕਾਰੋ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਮੇਰੇ ਨਾਲ ਬੋਲੋ ਤੁਸੀਂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਕਿਰਪਾ ਕਰੋ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਰੇ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਮਿਹਰ ਕਰਨ। ਕੱਲ੍ਹ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਸੰਬੰਧ ਵਿੱਚ ਜੋ ਜੋੜ ਮੇਲਾ ਚੱਲ ਰਿਹਾ ਹੈ, ਉਸ ਸੰਬੰਧੀ ਵੀ ਅਰਜ਼ ਕਰਾਂਗਾ। ਆਓ ਸਤਿਗੁਰਾਂ ਜੀ ਦੇ ਅੱਜ ਦੇ ਇਸ ਅੰਮ੍ਰਿਤ ਬਚਨ ਦੀਆਂ ਸਨਮਾਨਯੋਗ ਭਾਈ ਸਾਹਿਬ ਤੋਂ ਅੰਤਲੀਆਂ ਤੁਕਾਂ ਸਰਵਣ ਕਰੋ ਜੀ।
आपे ठाकुर आपे सेवक, आप बनावै भाती। नानक जन तुमरी सरनाई, हर राखो लाज पगाती। वाहिगुरु जी का खालसा, वाहिगुरु जी की फतेह।